वाहिगुरु जी का खालसा वाहिगुरु जी की फतेह। गुरां दी पावन गोद विच शरदा दे नाल दूरों नेड़ेों चल करके आप जी जुड़ बैठे हो। आओ इस भागा भरे समय गुरु प्यारे दी याद विच सफला बनाइए। गुर इतिहास के पावन प्रसंगां दे विचों आप जी ने सरवण कीता सी। सब तो पहला पंडित हरदयाल जियां ने घर आके कल्याण चंद जी नूं बधाई दिती है। हुक्म कीता है कागज केसर नारियल ते समग्री मंगाई जाए। कल्याण चंद जी ने सेवादारां नूं भेजिया ये सब वस्तुआं एकत्र करने वास्ते। अगला वचन कल्याण चंद जी ताई कीता है, कृपा करके दसो बच्चे ने जन्म लैण वेले पहला शब्द की बोलिया। दाई दौलतां नूं बुलाया गया। पंडित जी के सन्मुख बैठ करके उन्हें दसिया मेरे हत्थां दे विच सैकड़े बच्चियां दा जन्म होया पर ऐसा बच्चा मैं अपने जीवन विच कदे नहीं देखिया जो जन्म लैण वेले खिड़खड़ा के हसिया होवे। कई बंदियां दे हसण दी आवाज सी। पहला बोल इन्हां दी रसना दा सी वाहिगुरू। पंडित हरदयाल जी ने जिस वेले सब कुछ सुने है समा कन्फर्म कीता है। तीजे पहर दी पहली ते दूजी घड़ी है। बड़े खुश होए। अपनी विद्या ला के विचार की। कहते कल्याण चंद जी बधाइयां पुत्र तुहाडा कोई अवतारी पुरुष है। ਇਹਦੇ सिर ते छतर झूलणगे। ये किसी का गुलाम नहीं होएगा ते सब दा साझा। चौर ढुलिया करनगे। समुची दुनिया का इन्हां ने गेड़ा लाउणा। इस तो बढ़ के पिता लई की खुशखबरी हो सकती। पंडित जी दे इन्हां वचनां तो कल्याण चंद इन्ने प्रसन्न होए इन्ने खुश होए बार बार मत्थे टेकी जांदे। बड़ी कृपा कीती महापुरखो मैनू मेरे पुत्र दे गुण सुणा के। इन्हां सारे प्रकरणां नूं बड़े विस्तार सहित आप जी ने सरवण कीता। आओ जी सुरत करके चलिए ननकाना साहिब दी पावन धरती ते। लवाओ हाजरी गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा कालू सो पुन दिज कही बालक मोहे दिखाई। जिस वेले पिता कल्याण चंद जी नूं पंडित हरदयाल जी वार वार बधाइयां दे रहे ने कहते खुशखबरियां ने। पुत्र ते लोकां दे घर हुंदे आ तेरे घर आया पुੱਤ कोई खास है।
ਇੱਕ ਪਿਤਾ ਲਈ ਇਹ ਕਿੱਡੀ ਵੱਡੀ ਗੱਲ ਹੈ। ਉਹਦਾ ਪੁੱਤ ਕੋਈ ਸਪੈਸ਼ਲ ਹੋਵੇ, ਖਾਸ ਹੋਵੇ। ਥੋੜੀ ਦੇਰ ਬਾਅਦ ਪੰਡਤ ਜੀ ਭਾਵੁਕ ਹੋ ਗਏ, ਅੱਖਾਂ ਭਰੇ ਆਏ। ਕਹਿੰਦੇ ਕਲਿਆਣ ਚੰਦ ਸਾਰੀ ਜ਼ਿੰਦਗੀ ਮੈਂ ਤੇਰੇ ਤੋਂ ਕੁਝ ਨਹੀਂ ਮੰਗਿਆ। ਤੇ ਪੰਡਤ ਜੀ ਦੇ ਬਚਨਾਂ ਨੂੰ ਸੁਣ ਕੇ ਪਿਤਾ ਜੀ ਸੋਚਦੇ ਸ਼ਾਇਦ ਮਾਇਆ ਮੰਗੂਗਾ, ਪਦਾਰਥ ਮੰਗੂਗਾ। ਪੰਡਤਾਂ ਨੇ ਹੋਰ ਕੀ ਮੰਗਣਾ ਹੁੰਦਾ, ਖੀਰ ਖਵਾ ਦਿਓ, ਕੱਪੜੇ ਲੈ ਦਿਓ। ਪਿਤਾ ਜੀ ਖੁਸ਼ ਹੋ ਕੇ ਆਖਣ ਲੱਗੇ, ਕਹਿੰਦੇ ਪੰਡਤ ਜੀ ਜੋ ਮੰਗੇਗਾ ਦੇ ਦਿਆਂਗੇ। ਉਹ ਕਹਿੰਦੇ ਮੈਂ ਜੋ ਨਹੀਂ ਮੰਗਦਾ, ਮੈਨੂੰ ਸਿਰਫ ਤੇਰੇ ਪੁੱਤਰ ਦੇ ਦੀਦਾਰਾਂ ਦੀ ਇੱਕ ਝਲਕ ਚਾਹੀਦੀ ਆ। ਆਖੋ ਸਤਿਨਾਮ, ਦਰਸ਼ਨ ਕਰਾ ਦੇ, ਕੁਛ ਨਹੀਂ ਚਾਹੀਦਾ। ਕਿੱਡੀ ਵੱਡੀ ਰੱਜੀ ਹੋਈ ਰੂਹ ਹੋਊਗੀ ਜਿਹਨੇ ਦਾਨ ਨਹੀਂ ਮੰਗਿਆ। ਕੋਈ ਬਾਹਮਣ ਨੂੰ ਦਾਨ ਨਾ ਦੋ ਤੇ ਰੁੱਸ ਜਾਂਦਾ ਹੈ, ਛੱਡ ਜਾਂਦਾ ਘਰ ਬਾਰ, ਕਹਿੰਦਾ ਮੈਂ ਨਹੀਂ ਆਉਂਦਾ। ਸ਼ਾਸਤਰ ਕਰਤਾ ਲਿਖਦੇ ਆ, ਤਿਜ ਪ੍ਰਸੰਨ ਖੀਰਾਦ ਕਰ। ਕਹਿੰਦੇ ਜੇ ਬ੍ਰਾਹਮਣ ਨੂੰ ਖੁਸ਼ ਕਰਨਾ ਹੈ ਤੇ ਖੀਰ ਛਕਾ ਦਿਓ, ਬੀਬੀਆਂ ਨੂੰ ਖੁਸ਼ ਕਰਨਾ ਤੇ ਗਹਿਣੇ ਕੱਪੜੇ ਲੈ ਦਿਓ। ਆਖੋ ਸਤਿਨਾਮ। ਦੋ ਚੀਜ਼ਾਂ ਦਾ ਜ਼ਿਕਰ ਉਹਨਾਂ ਕੀਤਾ ਹੈ। ਕਹਿੰਦੇ ਬ੍ਰਾਹਮਣ ਦਾ ਤੇ ਔਰਤ ਦਾ ਸੁਭਾਅ ਬਰਾਬਰ ਹੀ ਹੈ, ਸੰਤੁਸ਼ਟ ਨਹੀਂ ਹੁੰਦੇ ਪਦਾਰਥਾਂ ਤੋਂ। ਬ੍ਰਾਹਮਣ ਨੂੰ ਦਾਨ ਦਛਣਾ ਚਾਹੀਦੀ ਹੈ, ਕੱਲੀ ਖੀਰ ਥੋੜਾ। ਖੀਰ ਤੇ ਇੱਕ ਮਾਜਰਾ ਏ, ਖੀਰ ਖਵਾਓਗੇ ਤੇ ਦੰਦ ਘਸਾਈ ਤੇ ਦੇਣੀ ਪੈਣੀ ਹੈ। ਪੰਡਤ ਹਰਦਿਆਲ ਜੀ ਨੇ ਮੰਗਿਆ ਵੀ ਉਹ ਜੋ ਕਿਸੇ ਨੇ ਨਹੀਂ ਮੰਗਿਆ। ਕਹਿੰਦੇ ਆਪਣੇ ਪੁੱਤਰ ਦੇ ਮੈਨੂੰ 2 ਪਲ ਲਈ ਦੀਦਾਰ ਕਰਾ ਦਿਓ। ਕਲਿਆਣ ਚੰਦ ਕਹਿੰਦੇ ਇੱਕ ਵੱਡੀ ਗੱਲ ਹੈ, ਤੂੰ ਮਾਇਆ ਵੀ ਮੰਗ ਲੈ, ਜ਼ਮੀਨ ਵੀ ਮੰਗ ਲੈ, ਅੱਜ ਤੈਨੂੰ ਮੈਂ ਦਾਨ ਵਜੋਂ ਦੇ ਦਿਆਂ। ਸੁਣ ਕਰ ਦਾਈ ਦੌਲਤਾਂ, ਲੀਨੀ ਸ਼ਬਦ ਬੁਲਾਈ। ਕਹਿੰਦੇ ਪਿਤਾ ਕਲਿਆਣ ਚੰਦ ਜੀ ਨੇ ਉਸੇ ਵੇਲੇ ਦਾਈ ਦੌਲਤਾਂ ਨੂੰ ਦੁਬਾਰਾ ਆਵਾਜ਼ ਦਿੱਤੀ ਹੈ। ਉਹ ਆਵਾਜ਼ ਸੁਣ ਕੇ ਦੌੜੀ ਆਈ ਹੈ, ਕਿਉਂਕਿ ਪਹਿਲਾਂ ਦਾਈ ਹੀ ਦੱਸ ਕੇ ਗਈ ਹੈ ਵੀ ਇਸ ਵਕਤ ਬੱਚੇ ਦਾ ਜਨਮ ਹੋਇਆ। ਪਹਿਲੀ ਆਵਾਜ਼ ਇਹ ਸੀ, ਚਿਹਰੇ ਤੇ ਮੁਸਕਰਾਹਟ ਸੀ। 3 ਤੋਂ 4 ਚੀਜ਼ਾਂ ਉਹਨੇ ਦੱਸੀਆਂ ਨੇ। ਤੇ ਪੰਡਤ ਜੀ ਨੇ ਫਿਰ ਆਪਣੇ ਟੇਵੇ ਲਾਏ ਆ, ਲਗਨ ਚੈੱਕ ਕੀਤੇ ਆ, ਆਪਣੀ ਵਿਦਿਆ ਦੇ ਮੁਤਾਬਕ ਉਹਨਾਂ ਸਾਰਾ ਕੁਝ ਹੀ ਦੱਸਿਆ। ਕਹਿੰਦੇ ਬੱਚਾ ਬੜਾ ਮਹਾਨ ਹੈ, ਤੇ ਜੇ ਮਹਾਨ ਹੈ ਸੱਚਮੁੱਚ ਤਾਂ ਹੀ ਤੇ ਕਹਿੰਦੇ ਦਰਸ਼ਨ ਕਰਾ ਦੇ। ਦਾਈ ਦੌਲਤਾਂ ਨੂੰ ਆਵਾਜ਼ ਦਿੱਤੀ, ਦੌੜ ਕੇ ਆਈ। ਕਲਿਆਣ ਚੰਦ ਜੀ ਆਖਣ ਲੱਗੇ, ਕਹਿੰਦੇ ਜਾਓ ਭਾਈ, ਉਸ ਬੱਚੇ ਨੂੰ ਗੋਦ ਵਿੱਚ ਲੈ ਕੇ ਆਓ ਤੇ ਦਰਸ਼ਨ ਕਰਾ ਦਿਓ। ਪੰਡਤ ਜੀ ਦੀ ਦਿਲ ਦੀ ਇੱਛਾ ਏ। ਤੇ ਪੰਡਤ ਵੀ ਦਾਈ ਦੌਲਤਾਂ ਦੇ ਸਾਹਮਣੇ ਹੱਥ ਜੋੜ ਕੇ ਕਹਿੰਦੇ ਆ, ਮੈਂ ਪਹਿਲੀ ਵਾਰ ਕੁਝ ਮੰਗਿਆ, ਸਿਰਫ ਦਰਸ਼ਨ ਮੰਗੇ, ਮੈਨੂੰ ਖਾਲੀ ਮੋੜਿਓ ਨਾ। ਚੋਪਈ ਬਾਲਕਿਆਨ ਵਿਪਰ ਕੀ ਪਾਸਾ, ਤਾਏ ਗਈ ਸੁਣ ਮਦ ਆਵਾਸਾ। ਇੱਥੇ ਪੰਡਤ ਜੀ ਦੀ ਬੇਨਤੀ ਨੂੰ ਸੁਣ ਕਰਕੇ ਦਾਈ ਦੌਲਤਾਂ ਉਸ ਕਮਰੇ ਵਿੱਚ ਆਈ ਹੈ ਜਿੱਥੇ ਮਾਤਾ ਤ੍ਰਿਪਤਾ ਜੀ ਪਲੰਘੇ ਤੇ ਬੈਠੇ ਆ। ਆਪਣੇ ਪੁੱਤਰ ਨੂੰ ਗੋਦ ਲੈ ਕੇ, ਠੰਡ ਦਾ ਸਮਾਂ ਅੱਜ ਕੱਲ ਦੇ ਦਿਨ, ਬੇਨਤੀ ਕਰਕੇ ਕਹਿਣ ਲੱਗੇ, ਮਾਤਾ ਜੀ ਪੰਡਤ ਜੀ ਨੇ ਇਸ ਬੱਚੇ ਦੇ ਦਰਸ਼ਨ ਕਰਨੇ ਨੇ 2 ਪਲ ਲਈ, ਮੈਨੂੰ ਬੱਚਾ ਗੋਦ ਦੇ ਦਿਓ। ਕਿਉਂਕਿ ਉਦੋਂ ਨਾਮ ਨਹੀਂ ਸੀ ਰੱਖਿਆ। ਨਾਮ ਤੇ ਰੱਖਣਾ, ਨਾਮਕਰਨ ਹਜੇ ਹੋਣਾ ਹੈ, ਪਰ ਇੱਥੇ ਨਾਮ ਰੱਖਣ ਦੀ ਗੱਲ ਨਹੀਂ ਕੋਈ ਉਹਨਾਂ ਦੇ ਨਾਂ ਤੇ ਭਵਿੱਖਤ ਪ੍ਰਾਨ ਵੀ ਕੂ ਕੇ ਬੇਦੀ ਵੰਸੇ ਜਨਾਬ। ਨਾਮ ਤੇ ਸਤਿਯੁਗ ਤੋਂ ਪਹਿਲਾਂ ਹੀ ਰੱਖਿਆ ਹੋਇਆ ਹੈ। ਇਹੀ ਕਾਰਨ ਸੀ ਰਾਜੇ ਸ਼ਿਵਨਾਭ ਸੰਗਲਾ ਦੀਪ ਦੇ ਵਿੱਚ ਹਰ ਪੰਡਤ ਨਾਨਕ ਬਣ ਕੇ ਚਲੇ ਜਾਂਦਾ ਸੀ, 4 ਭਾਸ਼ਾ ਸਿੱਖ ਕੇ, ਵੀ ਸਾਡਾ ਮਾਨ ਸਨਮਾਨ ਹੋਊ, ਚੰਗੀ ਇੱਜ਼ਤ ਹੋਊਗੀ। ਕਿਉਂਕਿ ਨਾਨਕ ਨਿਰੰਕਾਰੀ ਕਹਿੰਦੇ ਸੀ, ਉਹ ਰੱਬ ਹੈ, ਕੱਲਾ ਨਾਨਕ ਨਹੀਂ, ਨਾਨਕ ਨਿਰੰਕਾਰੀ। ਗੁਰੂ ਨਾਨਕ ਸਾਹਿਬ ਜੀ ਦੇ ਨਾਮ ਸਾਨੇ ਹੈ। ਕਿਸੇ ਨੇ ਨਾਨਕ ਸ਼ਾਹ ਫਕੀਰ ਆਖਿਆ ਮਿਡਲ ਈਸਟ ਦੇ ਵਿੱਚ। ਅੱਜ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਇੱਕ ਬਾਲਕ ਰੂਪ ਵਿੱਚ ਹਨ ਪਰ ਬਾਲਕ ਨਹੀਂ ਹਨ, ਇਹ ਧਿਆਨ ਵਿੱਚ ਰੱਖਿਓ, ਪਰਮਾਤਮਾ ਹੈ ਭਾਈ। ਜਦੋਂ ਕਹਿੰਦੇ ਦਾਈ ਦੌਲਤਾਂ ਨੇ ਬੇਨਤੀ ਕੀਤੀ, ਮਾਤਾ ਕਹਿੰਦੇ ਨਾ ਬਿਲਕੁਲ ਵੀ ਨਹੀਂ, ਮੈਂ ਆਪਣਾ ਪੁੱਤ ਕਿਵੇਂ ਦੇ ਦਿਆਂ। ਦਾਈ ਕਹਿੰਦੀ ਜੀ ਪੰਡਤ ਜੀ ਨੇ ਦਰਸ਼ਨ ਕਰਨੇ, ਕਹਿੰਦੇ ਦਰਸ਼ਨ ਫੇਰ ਵੀ ਹੋ ਸਕਦੇ, ਅੱਜ ਮੈਂ ਆਪਣਾ ਪੁੱਤ ਕਿਸੇ ਨੂੰ ਵਿਖਾ ਨਹੀਂ ਸਕਦੀ। ਚਾਚਿਓ ਬਾਲਕ ਜਨਨਾ ਦੇ,
ਜਿਉ ਕਿਰਪਨ ਤਨ ਪ੍ਰੀਤ ਰਖੇ। ਭਾਈ ਬਾਲਾ ਜੀ ਸੁਣਾ ਰਹੇ ਨੇ, ਕਹਿੰਦੇ ਪਹਿਲੀ ਵਾਰ ਵਿੱਚ ਤੇ ਮਾਤਾ ਤ੍ਰਿਪਤਾ ਜੀ ਨੇ ਜਵਾਬ ਦੇਤਾ ਜਿਵੇਂ ਸੂਮ ਬੰਦਾ ਪੈਸੇ ਨਹੀਂ ਨਾ ਕੱਢਦਾ। ਮਾਂ ਆਪਣਾ ਪੁੱਤ ਨਾ ਦਵੇ, ਦਾਈ ਮੁੜ ਕੇ ਆ ਗਈ। ਕਲਿਆਣ ਚੰਦ ਕਹਿੰਦੇ ਬੱਚੇ ਨੂੰ ਲੈ ਕੇ ਨਹੀਂ ਆਏ, ਕਹਿੰਦੇ ਮਾਤਾ ਜੀ ਮਨਾ ਕਰਦੇ। ਉਹ ਕਹਿੰਦੇ ਨਹੀਂ, ਪੰਡਤ ਜੀ ਬੈਠੇ ਜਾਣਗੇ ਤਾਂ ਜੇ ਦਰਸ਼ਨ ਹੋਣਗੇ। ਨਾਲੇ ਪੰਡਤ ਜੀ ਨੂੰ ਕੋਈ ਜਵਾਬ ਨਹੀਂ ਦੇ ਸਕਦੇ ਕਿਉਂਕਿ ਉਹ ਬੇਦੀ ਕੁੱਲ ਦੇ ਪੰਡਤ ਨੇ, ਪ੍ਰੋਹਤ ਨੇ ਤੇ ਭਗਤੀ ਵਾਲੀ ਆਤਮਾ, ਉਹ ਬੰਦਗੀ ਵਾਲੇ ਨੇ, ਅੱਗੇ ਵੀ ਸਾਰੇ ਕੰਮ ਉਹਨਾਂ ਨੇ ਕਰਨੇ ਆ। ਇਸੇ ਕਰਕੇ ਕਲਿਆਣ ਚੰਦ ਜੀ ਨੇ ਦੁਬਾਰਾ ਆਵਾਜ਼ ਦਿੱਤੀ ਆ ਭਾਗਵਾਨੇ, ਕੁਝ ਸਮੇਂ ਲਈ ਪੁੱਤਰ ਸਾਡੇ ਕੋਲ ਭੇਜ ਦਿਓ। ਕਹੇ ਸਦਰਤ ਸਰਦੀ ਲੱਗ ਹੈ, ਮੇਰੇ ਦੁਲ ਬਾਲ ਬਾਹਰ ਕਸ ਮੰਗ ਹੈ। ਹੁਣ ਮਾਤਾ ਤ੍ਰਿਪਤਾ ਜੀ ਆਪਣਾ ਪੁੱਤ ਕਿਉਂ ਨਹੀਂ ਦੇ ਰਹੇ? ਉਹਦਾ ਕਾਰਨ ਇਹ ਸੀ, ਭਾਈ ਬਾਲਾ ਜੀ ਦੱਸਦੇ, ਕਹਿੰਦੇ ਮਾਂ ਨੇ ਆਖਿਆ ਅੱਤ ਦੀ ਸਰਦੀ ਠੰਡ ਬਾਹਰ ਪੈਂਦੀ ਹੈ, ਬੱਚਾ ਮੇਰਾ ਬਿਲਕੁਲ ਕੋਮਲ ਅੰਗਾਂ ਵਾਲਾ ਹੈ, 36 ਘੰਟਿਆਂ ਤੱਕ ਕੋਈ ਵੀ ਬੱਚਾ ਹੈ, ਸਿਆਣੇ ਲੋਕ ਉਹਨੂੰ ਬਾਹਰ ਦੀ ਹਵਾ ਐਟਮੋਸਫੇਅਰ 'ਚ ਲੈ ਕੇ ਨਹੀਂ ਆਉਂਦੇ। ਮਾਤਾ ਜੀ ਕਹਿੰਦੇ ਇਸ ਕਰਕੇ ਮੈਂ ਆਪਣਾ ਪੁੱਤ ਨਹੀਂ ਭੇਜਦੀ, ਅੱਤ ਦੀ ਸਰਦੀ ਪੈਂਦੀ ਹੈ, ਕਿਉਂਕਿ ਅਜੇ ਤੇ ਬਸਤਰ ਵੀ ਨਹੀਂ ਪਹਿਨਾ ਹੈ। ਇਹ ਸੁਭਾਵਿਕ ਗੱਲਾਂ ਨੇ, ਸਨਾਤਨ ਮਤ ਪੜ੍ਹ ਕੇ ਵੇਖੋਗੇ ਕਿੰਨੇ ਕਿੰਨੇ ਦਿਨ ਬੱਚੇ ਨੂੰ ਕੱਪੜੇ ਹੀ ਨਹੀਂ ਪਾਉਂਦੇ, ਜਦ ਤੱਕ ਧਰਮ ਦੀ ਰਸਮ ਨਹੀਂ ਹੁੰਦੀ ਕੰਬਲ ਵੀ ਲਪੇਟ ਕੇ ਰੱਖਦੇ। ਮਾਤਾ ਜੀ ਕਹਿੰਦੇ ਇਸ ਕਰਕੇ ਮੈਂ ਆਪਣਾ ਬੱਚਾ ਬਾਹਰ ਨਹੀਂ ਭੇਜ ਸਕਦੀ, ਅੱਤ ਦੀ ਸਰਦੀ ਹੈ, ਦੁਖੀ ਹੋਇਆ, ਕੋਮਲ ਜਿਹੇ ਅੰਗ ਹਨ, ਬਾਹਰ ਵਿਦੁਖ ਹੈ ਬਾਰੰਗ ਬਾਰਾ, ਜਾਚਿਓ ਦਿਓ ਤਾਤ ਅਤ ਪਿਆਰਾ। ਆਖਰਕਾਰ ਕੁਝ ਸ਼ਰਤਾਂ ਤੇ ਮਾਤਾ ਤ੍ਰਿਪਤਾ ਜੀ ਨੇ ਆਪਣਾ ਪੁੱਤਰ ਕੰਬਲ ਵਿੱਚ ਲਪੇਟ ਕਰਕੇ ਦਾਈ ਦੌਲਤਾਂ ਦੇ ਹੱਥਾਂ 'ਚ ਦੇ। ਦਾਈ ਦੌਲਤਾਂ ਬੜੀ ਖੁਸ਼ ਹੈ, ਕਿੱਡੇ ਭਾਗਾਂ ਵਾਲੀ ਹੋਣੀ ਜਿਹਨੂੰ ਰੱਬ ਬਾਲਕ ਰੂਪ ਵਿੱਚ ਗੋਦ 'ਚ ਉਠਾਉਣ ਦਾ ਮੌਕਾ ਮਿਲਿਆ, ਜਿਹਨੂੰ ਦਰਸ਼ਨ ਕਰਨ ਦਾ ਸਬਬ ਮਿਲਿਆ ਲੈ ਕੇ ਗੋਦ ਵਿੱਚ। ਦਾਈ ਦੌਲਤਾਂ ਬੜੀ ਖੁਸ਼ ਹੈ ਕਿਉਂਕਿ ਸਤਿਗੁਰਾਂ ਦਾ ਚਿਹਰਾ ਬੜਾ ਮੁਸਕਰਾਉਂਦਾ ਹੈ। ਰੋਣਾ ਤੇ ਇਹਨਾਂ ਦੀ ਡਿਕਸ਼ਨਰੀ 'ਚ ਹੈ ਹੀ ਨਹੀਂ, ਹਾਸੀ ਰਿਹਾ ਗੋਦ ਵਿੱਚ। ਬਾਲਕ ਸਰੂਪ ਨੇ, ਬਿਲਕੁਲ ਛੋਟੇ ਜਿਹੇ ਆ। ਹੁਣ 24 ਤੋਂ 36 ਘੰਟਿਆਂ 'ਚ ਬੱਚੇ ਦਾ ਰੂਪ ਕਿੰਨਾ ਕੁ ਹੁੰਦਾ, ਵੇਟ ਕਿੰਨਾ ਕੁ ਹੁੰਦਾ, ਉਹ ਤੇ ਜਨਮ ਤੋਂ ਬਾਅਦ ਵਧਣਾ ਸ਼ੁਰੂ ਹੁੰਦਾ ਜਦੋਂ ਮਾਂ ਦੇ ਅਸਥਨਾਂ ਨੂੰ ਚੁੰਘਦਾ, ਦੁੱਧ ਪੀਂਦਾ। ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਸ ਪਾਵਨ ਰੂਪ ਨੂੰ ਲੈ ਕੇ ਦਾਈ ਦੌਲਤਾਂ ਬਾਹਰ ਵਿਹੜੇ ਵਿੱਚ ਆਈ ਹੈ। ਲੇਕਰ ਦੌਲਤ ਬਾਹਰ ਆਈ, ਆਨਨ ਆਰਨ ਜਾਤ ਸੁਹਾਈ। ਹੁਣ ਪੰਡਤ ਜੀ ਬੈਠੇ ਸਨ, ਸਫਾ ਵਿਛਾ ਕੇ ਭੁੰਜੇ, ਦਾਈ ਕੋਲ ਆਈ, ਚੌਂਕੜਾ ਮਾਰ ਕੇ ਬੈਠੀ, ਪਰ ਗੋਦ ਵਿੱਚ ਬੱਚਾ ਇਹ ਪੰਡਤ ਜੀ ਨੇ ਗੋਦ ਵਿੱਚ ਨਹੀਂ ਚੁੱਕਿਆ ਕਿਉਂਕਿ ਕੁਛ ਰਸਮਾਂ ਨੇ। ਜਦ ਗੁਰੂ ਸਾਹਿਬ ਦਾ ਮੁਖੜਾ ਵੇਖਿਆ ਨਾ, ਪੰਡਤ ਹਰਦਿਆਲ ਵੇਖਦੇ ਰਹਿ ਗਏ। ਕਹਿੰਦੇ ਆਰਨ ਜਾਤ, ਸੁਹਾ ਲਾਲ ਰੰਗ, ਗੁਲਾਬੀ ਰੰਗ ਚਿਹਰੇ ਤੋਂ ਚੁੰਦਾ ਹੈ, ਹਲਕਾ ਜਿਹਾ ਰੂਪ, ਹੱਥ ਪੈਰ ਹਿਲਾਉਂਦੇ ਆ, ਮੁਸਕਰਾਉਂਦੇ ਆ ਆਪਣੇ ਵੱਲੋਂ। ਨਜ਼ਰ ਭਰ ਕੇ ਪੰਡਤ ਵੱਲ ਵੇਖ ਲੈਂਦੇ ਤੇ ਫਿਰ ਪਿਤਾ ਵੱਲ ਵੇਖ ਕੇ ਹੱਸ ਪੈਂਦੇ ਆ। ਗੋਦ ਵਿੱਚ ਲਿਆ, ਕੰਬਲ 'ਚ ਲਪੇਟਿਆ ਹੋਇਆ। ਕਹਿੰਦੇ ਛੋਟਾ ਜਿਹਾ ਸਰੂਪ ਵੇਖ ਕੇ ਪੰਡਤ ਹਰਦਿਆਲ ਇੰਨੇ ਖੁਸ਼ ਨੇ, ਜੀਵਨ ਵਿੱਚ ਇੰਨੇ ਖੁਸ਼ ਕਦੇ ਨਹੀਂ ਸੀ ਹੋਏ। ਅੱਖਾਂ ਭਰ ਭਰ ਤੱਕਦੇ ਹਨ, ਲਗੁ ਤਨ ਜੋਤ ਵਿਸਾਲ ਜਹੈ, ਜਿਉ ਬਟ ਅੱਖੇ ਰੂਪ ਲਗ ਛਜ ਹੈ। ਅੱਖਾਂ ਭਰ ਆਈਆਂ ਪੰਡਤ ਹਰਦਿਆਲ ਦੀਆਂ, ਹੱਸਦਾ ਚਿਹਰਾ ਵੇਖ ਕੇ ਆਪ ਮੁਹਾਰੇ ਬੋਲ ਪਏ। ਕਹਿੰਦੇ ਐਡੀ ਵੱਡੀ ਜੋਤ ਇੰਨੇ ਛੋਟੇ ਸਰੀਰ ਵਿੱਚ। ਕਲਿਆਣ ਚੰਦ, ਬੋੜ ਦਾ ਰੁੱਖ ਕਿੰਨਾ ਵੱਡਾ ਹੁੰਦਾ ਹੈ, ਉਹਦਾ ਫਲ ਜਿਹਨੂੰ ਗੋਲਾ ਕਹਿੰਦੇ ਨੇ, ਉਹਦੇ ਵਿੱਚ ਹਜ਼ਾਰਾਂ ਬੀਜ ਹੁੰਦੇ, ਸੈਂਕੜੇ। ਹੁਣ ਪਿੱਪਲ ਦਾ ਬੀਜ ਜਿਨ੍ਹਾਂ ਨੇ ਵੇਖਿਆ ਉਹ ਜਾਣਦੇ, ਤੇ ਪਿੱਪਲ ਦਾ ਰੁੱਖ ਜਿਨ੍ਹਾਂ ਵੇਖਿਆ ਉਹਨਾਂ ਨੂੰ ਵੀ ਪਤਾ ਹੈ ਬੀਜ ਕਿੰਨਾ ਏ ਤੇ ਰੁੱਖ ਕਿੰਨਾ ਹੈ। ਕਹਿਣ ਲੱਗੇ ਤੇ ਪਿੱਪਲ ਦਾ ਬੂਟਾ ਏ, ਪੌਦਾ ਏ, ਜਦ ਇਹਨੇ ਵੱਡਿਆ ਹੋਣਾ ਪਤਾ ਨਹੀਂ ਕਿੰਨਿਆਂ ਨੂੰ ਛਾਂ ਦੇਣੀ। ਆਖੋ ਸਤਿਨਾਮ। ਪੰਡਤ ਹਰਦਿਆਲ ਇਹ ਬਚਨ ਰਸਨਾ ਤੋਂ ਬੋਲਦੇ ਹਨ। ਦੋਹਰਾ ਦਿਜਵਰ ਆਤਮਤਵਾਨ ਮਨ,
ਸਰਬਲਿੰਗ ਪਹਿਚਾਨ। ਤੇ ਉਸ ਵੇਲੇ ਪੰਡਤ ਜੀ ਨੇ ਆਖਿਆ ਇਹਨਾਂ ਦੇ ਚਰਨ ਨੰਗੇ ਕਰ ਦਿਓ, ਮੈਂ ਦਰਸ਼ਨ ਕਰਨੇ। ਕਹਿੰਦੇ ਜਦੋਂ ਚਰਨਾਂ ਨੂੰ ਵੇਖਿਆ ਨਾ, ਉਹਨੇ ਚਰਨਾਂ ਦਾ ਅੰਗੂਠਾ ਆਪਣੇ ਮਸਤਕ ਮੱਥੇ ਤੇ ਲਾ ਲਿਆ। ਪੰਡਤ ਬੜੇ ਆਉਂਦੇ, ਬੱਚੇ ਬੜੇ ਜੰਮਦੇ, ਕੋਈ ਪੁੱਛਦਾ ਅਗਲਾ ਨੇੜੇ ਨਹੀਂ ਬਹਿੰਦਾ, ਕਹਿੰਦਾ ਭੇਟਾ ਤੋਂ ਮੈਂ ਚੱਲਿਆ, ਨਾ ਰੱਖ ਦਿਆਂਗੇ ਕੋਈ। ਪਰ ਪੰਡਤ ਹਰਦਿਆਲ ਵਿਦਵਾਨਾਂ ਵਿੱਚੋਂ ਵਿਦਵਾਨ ਹੈ, ਉਹ ਇਸ ਬੱਚੇ ਦੇ ਚਰਨਾਂ ਵੱਲ ਵੇਖਦਾ, ਕਦੇ ਮੁਖ ਵੱਲ ਵੇਖਦਾ ਹੈ। ਕਹਿੰਦੇ ਹੱਥ ਚੁੱਕਿਆ ਪੰਡਤ ਜੀ ਨੇ, ਗੋਦ ਵਿੱਚ ਬੱਚਾ ਜੋ ਦਾਈ ਦੌਲਤਾਂ ਦੇ ਹੈ, ਉਹਦੇ ਜਿਸਮ ਤੋਂ ਕੰਬਲ ਉਠਾਇਆ, ਜਿਸਮ ਤੋਂ, ਕਿਉਂਕਿ ਅੰਗਾਂ ਦੇ ਦਰਸ਼ਨ ਕਰਨੇ ਚਾਹੁੰਦੇ ਆ। ਸਿਰ ਤੋਂ ਲੈ ਕੇ ਪੈਰਾਂ ਤੱਕ ਪੰਡਤ ਹਰਦਿਆਲ ਆਪਣੇ ਰੱਬ ਪਿਆਰੇ ਨੂੰ ਵੇਖਣਾ ਚਾਹੁੰਦੇ ਹਨ। ਹੀਰਤ ਔਰ ਹਰਕਤ ਸਰਸ, ਠਾਡਾ ਭਇਓ ਸੁਜਾਨ। ਕਹਿੰਦੇ ਉਹ ਪੰਡਤ ਹਰਦਿਆਲ ਨੇ ਜਦੋਂ ਦਰਸ਼ਨ ਕੀਤੇ ਇੱਕਦਮ ਖੜਾ ਹੋ ਗਿਆ ਹੱਥ ਜੋੜ ਕੇ। ਕਲਿਆਣ ਚੰਦ ਕਹਿੰਦਾ ਪੰਡਤ ਜੀ ਬਹਿ ਜਾਓ। ਹੁਣ ਜੇ ਪੰਡਤ ਖੜਾ ਹੋ ਤੇ ਕਲਿਆਣ ਚੰਦ ਨੂੰ ਵੀ ਖੜਨਾ ਪਿਆ। ਅੱਗੇ ਲੋਕ ਸਤਿਕਾਰ ਹੀ ਇੰਨਾ ਕਰਦੇ ਸੀ, ਜੇ ਪੰਡਤ ਉੱਚੀ ਥਾਂ ਤੇ ਬੈਠਾ ਲੋਕ ਥੱਲੇ ਪੈਰ ਧੋ ਜੀ ਪੰਡਤ ਜੀ ਦੇ, ਜੂਠਾ ਖਾਓ ਇਹਨਾਂ ਦਾ ਸ਼ੀਤ ਪ੍ਰਸ਼ਾਦ। ਮਾਣ ਸਨਮਾਨ ਇੰਨਾ ਹੁੰਦਾ ਸੀ, ਰੁਤਬਾ ਏਡਾ ਵੱਡਾ ਹੈ। ਪੰਡਤ ਖੜੇ ਹੋ ਗਏ। ਪਿਤਾ ਕਹਿੰਦਾ ਕੀ ਗੱਲ? ਕਹਿੰਦਾ ਜਦੋਂ ਰੱਬ ਸਾਹਮਣੇ ਮੁਸਕਰਾਵੇ ਤੇ ਭਗਤਾਂ ਨੂੰ ਖੜਨਾ ਹੀ ਪੈਂਦਾ ਹੁੰਦਾ। ਖੁਦਾ ਦਾ ਨਾਮ, ਕਿੱਡੀ ਦੀਰਘ ਦ੍ਰਿਸ਼ਟੀ ਹੋਣੀ ਉਸ ਮਹਾਂਪੁਰਖ ਦੀ, ਜਿਹਨੇ ਪਹਿਲੀ ਤੱਕਣੀ ਤੋਂ ਪਹਿਲਾਂ ਹੀ ਗੁਰੂ ਸਾਹਿਬ ਨੂੰ ਪਛਾਣ ਲਿਆ। ਦੋਨੇ ਹੱਥ ਜੋੜ ਪੰਡਤ ਖੜੇ ਹੋ ਗਏ। ਪੰਡਤ ਪੁਰਤ ਨਹੀਂ ਖੜਦੇ ਹੁੰਦੇ, ਗੁਰੂ ਸਾਹਿਬ ਦੇ ਇਤਿਹਾਸ 'ਚ ਸੁਣਿਆ ਨਾ, ਬਹਿ ਜਾਂਦੇ ਸੀ ਚੌਂਕੜਾ ਮਾਰ ਕੇ, ਕਹਿੰਦੇ ਮਹਾਰਾਜ ਸਾਨੂੰ ਨਹੀਂ ਪਤਾ ਦੁਨੀਆ ਦਾ, ਅਸੀਂ ਵਿਦਵਾਨ ਬਹੁਤ ਆ, ਸਿਆਣੇ ਬਣੇ ਆ। ਪਰ ਪੰਡਤ ਹਰਦਿਆਲ ਹੱਥ ਜੋੜ ਕੇ ਖੜੇ ਨੇ, ਅੰਦਰੋਂ ਅੰਦਰ ਮਨ ਹੀ ਮਨ ਉਹ ਅਰਦਾਸਾਂ ਕਰਦੇ ਨੇ। ਚੌਪਈ ਪੁਲਕਿਓ ਪਰਮ ਪ੍ਰੇਮ ਮਹਿ ਮਨੁਆ, ਬੰਧਨ ਕਰ ਜਾਨੋ ਨਿਜ ਧਨੁਆ। ਕਹਿੰਦੇ ਉਹਨੇ ਅਰਦਾਸ ਕੀਤੀ। ਅਰਦਾਸ ਕੀ ਕੀਤੀ? ਸੱਚੇ ਪਾਤਸ਼ਾਹ ਆਪ ਜੀ ਤੇ ਪਾਵਨ ਜਿਸਮ ਦੇ ਦੀਦਾਰ ਕਰਨ ਲੱਗੇ ਆ, ਮੈਨੂੰ ਬਖਸ਼ਿਓ, ਆਗਿਆ ਦੇ ਦਿਓ। ਮਨ ਹੀ ਮਨ ਅਰਦਾਸ ਕੀਤੀ ਪੰਡਤ ਹਰਦਿਆਲ ਨੇ। ਕਹਿੰਦੇ ਅਰਦਾਸ ਕਰਕੇ ਨਾ ਪੁੱਲ ਕਿਉਂ ਰੋ ਪਿਆ। ਇਹ ਪਿਆਰ ਦੇ ਹੰਝੂ ਸੀ, ਅੱਖਾਂ ਭਰ ਆਈਆਂ ਪੰਡਤ ਜੀ ਦੀਆਂ। ਹੁਣ ਉਹਨੇ ਅੱਖਾਂ ਸਾਫ਼ ਕੀਤੀਆਂ। ਕਲਿਆਣ ਚੰਦ ਕਹਿੰਦਾ ਉਹ ਪੰਡਤ ਕੀ ਹੋਇਆ ਤੈਨੂੰ, ਤੂੰ ਕਿਉਂ ਰੋਈ ਜਾਂਦਾ ਹੈ? ਸ਼ੁਭ ਸ਼ੁਭ ਹੈ, ਖੁਸ਼ੀ ਮਨਾ। ਹੁਣ ਜਿਸ ਬੰਦੇ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ, ਉਹਨੇ ਤੇ ਇਹੀ ਕਹਿਣਾ ਓਏ ਤੂੰ ਵਿਆਹ ਵਾਲੇ ਦਿਨ ਘੋੜੀ ਚੜਦਾ ਰੋਈ ਜਾਂਦਾ, ਵੇਖ ਭੈਣੇ ਤੇਰੇ ਪੁੱਤ ਦਾ ਵਿਆਹ ਤੂੰ ਹੰਝੂ ਕੇਰੀ ਜਾਂਦੀ। ਕਿਸੇ ਨੂੰ ਕੀ ਪਤਾ ਦੀ ਆਨੰਦ ਕਿੰਨਾ ਹੈ, ਖੁਸ਼ੀ ਕਿੰਨੀ ਹੈ। ਪੰਡਤ ਹਰਦਿਆਲ ਕਹਿੰਦੇ ਹਿਰਦਾ ਉਛਲ ਪਿਆ, ਅਥਰੂ ਆ ਗਏ, ਚਰਨਾਂ ਨੂੰ ਸਪਰਸ਼ ਕਰਦੇ ਆ ਤੇ ਗੁਰੂ ਸਾਹਿਬ ਮੁਸਕਰਾ ਰਹੇ ਆ। ਬਿਲਕੁਲ ਛੋਟਾ ਜਿਹਾ ਰੂਪ ਹੈ ਦੇਖਣ ਦੇ ਵਿੱਚ, ਰਸਨਾ ਤੋਂ ਬੋਲਣਾ ਚਾਹੁੰਦੇ ਪੰਡਤ ਹਰਦਿਆਲ, ਪਰ ਬੋਲਿਆ ਜਾਂਦਾ ਨਹੀਂ। ਜਿਉ ਜਨ ਇਸ਼ਟ ਦੇਵ ਕੋ ਦੇਖੀ, ਤਿਉ ਵਰ ਮਹਿ ਪਾ ਮੋਦ ਬਸੇਖੀ। ਤੇ ਪੰਡਤ ਹਰਦਿਆਲ ਕਹਿਣ ਲੱਗੇ ਕਲਿਆਣ ਚੰਦ ਤੁਸੀਂ ਪੁੱਛਦੇ ਹੋ ਮੈਂ ਹੰਝੂ ਕਿਉਂ ਬਹਾਉਣਾ? ਕਹਿੰਦੇ ਪਿਆਸੇ ਨੂੰ ਮਿਲ ਜੇ ਪਾਣੀ ਤੇ ਗਰੀਬ ਨੂੰ ਲੱਭ ਜੇ ਹੀਰਾ, ਖੁਸ਼ੀ ਚ ਰੋਊਗਾ ਨਹੀਂ ਤੇ ਹੋਰ ਕੀ। ਪਤਾ ਨਹੀਂ ਕਿੰਨੇ ਜਨਮ ਮੈਨੂੰ ਭਟਕਦੇ ਨੂੰ ਹੋ ਗਏ, ਅੱਜ ਰੱਬ ਦੇ ਚਰਨਾਂ ਨੂੰ ਹੱਥ ਲਾਉਣ ਦਾ ਮੌਕਾ ਮਿਲ ਗਿਆ, ਮੈਂ ਰੋਵਾਂ ਨਾ ਖੁਸ਼ੀ ਚ ਹੋਰ ਕੀ ਕਰਾਂ। ਖੁਦਾ ਦਾ ਨਾਮ। ਕਹਿੰਦੇ ਜਦੋਂ ਆਹ ਬਚਨ ਸੁਣੇ ਕਲਿਆਣ ਚੰਦ ਜੀ ਦੇ ਕੋਈ ਬਹੁਤਾ ਅਸਰ ਨਹੀਂ, ਕਹਿੰਦੇ ਲੈ ਕਮਲਾ ਹੋ ਗਿਆ, ਕਮਲਾ ਹੋ ਗਿਆ। ਕਿਉਂ? ਉਹਨੂੰ ਲੱਗਦਾ ਪੋਤਾ ਮੇਰਾ ਕੀ ਖਾਸ ਹੈ, ਬੱਚਿਆਂ ਵਰਗਾ ਬੱਚਾ ਹੈ। ਪਰ ਮਾਫ ਕਰੇ, ਨਾਨਕੇ ਦਾਦਕੇ ਲੰਗੋਟੀ ਦੇ ਜਿਗਰੀ ਯਾਰ ਰੱਬ ਦੇ ਪਿਆਰਿਆਂ ਨੂੰ ਕਦੇ ਵੀ ਪਛਾਣ ਨਹੀਂ ਸਕਦੇ, ਕਦੇ ਵੀ। ਸਾਰੀ ਜ਼ਿੰਦਗੀ ਬਾਪੂ ਨਹੀਂ ਪਛਾਣ ਸਕਿਆ ਵੀ ਮੇਰਾ ਪੋਤਰਾ ਹੈ। ਨਾਨਕਿਆਂ ਨੇ ਕਦੇ ਨਹੀਂ ਪਛਾਣਿਆ ਵੀ ਗੁਰੂ ਨਾਨਕ ਸਾਹਿਬ ਕੌਣ ਨੇ, ਨਹੀਂ ਸੀ ਪਛਾਣਦਾ ਕੋਈ। ਮਿੱਤਰ ਦੋਸਤ ਉਹਨਾਂ ਚੋਂ ਬਾਲਾ ਤੇ ਮਰਦਾਨਾ ਦੋਈ ਨੇ, ਬਾਕੀ ਥੋੜਾ ਪਛਾਣਦੇ ਸੀ ਰੱਬ। ਕਹਿੰਦੇ ਲੈ ਆੜੀਏ ਸਾਡਾ ਮਿੱਤਰ ਸਾਡਾ ਪਛਾਣ ਹੋ ਹੀ ਸਕਦਾ ਜਿਹਦੀ ਅਵਸਥਾ ਉੱਚੀ ਹੋਵੇ। ਕਹਿੰਦੇ ਪੰਡਤ ਜੀ ਐਵੇਂ ਨਾ ਅਥਰੂ ਬਹਾਈ ਚੱਲ, ਬੱਚੇ ਤੇ ਸਾਰੇ ਰੱਬ ਦਾ ਰੂਪ ਹੁੰਦੇ, ਜਿੱਦਣ ਵੱਡਾ ਹੋਊ ਉਦਣ ਵੇਖਾਂਗੇ। ਖੁਦਾ ਦਾ ਨਾਮ। ਕਿੱਦਾਂ ਬੋਲਦੇ, ਇਹ ਗੱਲ ਸੱਚੀ ਹੈ। ਅੱਜ ਹੀ ਨੂੰ ਮਰਜ਼ੀ ਛੇੜ ਲੋ ਬੱਚੇ ਨੂੰ, ਕਹਿੰਦੇ ਜੀ ਰੱਬ ਰੂਪ ਹੈ, ਜਿੱਦਣ ਹੋ ਜਾਂਦਾ 20 ਸਾਲਾਂ ਦਾ ਫਿਰ ਪੁੱਛੋ ਵੀ ਰੱਬ ਦੇ ਲੱਛਣ ਕੀ ਨੇ। ਫਿਰ ਉਹੀ ਹੱਥ ਜੋੜੀ ਫਿਰਦੇ ਘਰ ਦੇ, ਕਹਿੰਦੇ ਨਾ ਜੀ ਤਪਾਇਆ ਪਿਆ, 20-25 ਲੱਖ ਲਵਾ ਤਾਂ ਕੈਨੇਡਾ ਜਾਣਾ, ਉੱਥੇ ਜਾ ਕੇ ਵੀ ਆਹ ਕੰਮ ਨਾ ਉੱਥੇ ਟੇਕੇ ਨਾ ਇੱਥੇ ਟੇਕੇ, ਇੱਥੇ ਵੀ ਜਲੂਸ ਕੱਢਿਆ ਰੋਜ਼ ਲਾਉਂਦੇ। ਜਦੋਂ ਛੋਟਾ ਜਿਹਾ ਸੀ ਚੱਕੀ ਫਿਰਦੇ ਸੀ, ਕਹਿੰਦੇ ਲੈ ਰੱਬ ਹੈ ਜੀ ਬੱਚਾ ਤੇ
ਇਹਦੀ ਪੂਜਾ ਕਰੋ, ਇਹ ਤੇ ਬੜਾ ਕੁਝ ਕਹਿੰਦਾ ਹੈ। ਉਹ ਅਸਲੀ ਰੂਪ ਤੇ ਉਹ 16 ਸਾਲਾਂ ਬਾਅਦ ਵਿਖਾਉਂਦਾ ਮੈਂ ਕੀ ਹਾਂ। ਤੇ ਪਿਤਾ ਜੀ ਉਹ ਸੰਦਰਭ 'ਚ ਬੋਲਦੇ, ਕਹਿੰਦੇ ਪੰਡਤ ਜੀ ਅੱਜ ਜੋ ਕਹਿ ਲੇਗਾ ਮੰਨ ਲੂਗਾ, ਪਰ ਇਹ ਗੱਲਾਂ ਸਾਹਮਣੇ ਆਉਣਗੀਆਂ ਸਾਰੀਆਂ। ਪਿਤਾ ਨੇ ਵੱਡੇ ਉਮਰ ਤੋਂ ਬਾਅਦ ਲਾਂਭੇ ਦੇਣੇ, ਉਹ ਪੜਤਾ ਮਰ ਜੇ ਤੂੰ ਇਹੋ ਜਾ, ਤੂੰ ਕਹਿੰਦਾ ਸੀ ਰੱਬ ਹੀ ਨੇ ਮੇਰਾ ਘਰ ਜਾਣਦਾ। ਇਹ ਆਉਣਾ ਸਾਰਾ ਕੁਝ ਆਉਣ ਵਾਲੇ ਸਮੇਂ 'ਚ। ਤੇ ਪਿਤਾ ਪਹਿਲੇ ਹੱਸ ਕੇ ਕਹਿੰਦਾ ਹੈ, ਕਹਿੰਦਾ ਕਹੀ ਚੱਲ ਜੋ ਕਹਿਣਾ ਹੈ। ਉਹ ਕਹਿੰਦਾ ਨਹੀਂ ਕਲਿਆਣ ਚੰਦ, ਸੱਚੀ ਰੱਬ ਹੈ, ਪਰਮਾਤਮਾ ਹੈ, ਮਨੁੱਖਾਂ ਦੇ ਸਰੀਰ ਵਿੱਚ ਤੇਰੇ ਵਿਹੜੇ ਆਇਆ ਏ। ਅਬ ਅੰਗਣ ਕੇ ਸੁੰਦਰ ਲੱਛਣ, ਲੱਗਿਓ ਬਿਲੋਕਣ ਵਿਪਰ ਵਿਚਛਣ। ਦੌਲਤਾਂ ਦਾਈ ਦੀ ਬੁੱਕਲ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਮੁਸਕਰਾ ਰਹੇ ਨੇ, ਹੱਸ ਰਹੇ ਨੇ। ਛੋਟੀ ਜੀ ਉਮਰ ਹੈ। ਕਹਿੰਦੇ ਪੰਡਤ ਜੀ ਕਦੇ ਹੱਥ ਫੜ ਲੈਂਦੇ, ਕਦੇ ਮੋਢਾ ਵੇਖਦੇ, ਕਦੇ ਸਿਰ ਨੂੰ ਵੇਖ ਲੈਂਦੇ, ਕਦੇ ਪੈਰਾਂ ਨੂੰ ਵੇਖਦੇ ਆ। ਉਹ ਕੀ ਦੇਖਦੇ ਆ? ਉਹ ਗੁਣ ਦੇਖ ਰਹੇ ਨੇ। ਹਰ ਬੰਦਾ ਆਪਣੀ ਬਾਡੀ ਦੇ ਫੀਚਰਾਂ ਤੋਂ ਪਛਾਣਿਆ ਜਾਂਦਾ ਹੈ। ਅੱਜ ਵੀ, ਪਹਿਲਾਂ ਵੀ, ਬਚਪਨ ਵਿੱਚ ਵੀ। ਕੋਈ ਰਾਹ ਤੇ ਭਾਵੇਂ ਔਰਤ ਤੁਰੀ ਜਾਂਦੀ, ਤੁਰਿਆ ਜਾਵੇ ਮਰਦ, ਸਿਆਣਾ ਬੰਦਾ ਉਹਦੇ ਚਾਲ ਚੱਲਣ ਨੂੰ ਉੱਥੇ ਦੱਸ ਦਿੰਦਾ, ਦੇਖ ਕੇ ਵੀ ਦੀ ਤੋਰ ਕਿਹੋ ਜੀ, ਬੋਲੀ ਕਿਹੋ ਜੀ, ਅੱਖ ਕਿਹੋ ਜੀ, ਨਹੀਂ ਪਤਾ ਲੱਗਦਾ। ਕੋਈ ਤੁਹਾਡੇ ਸਾਹਮਣੇ ਕੋਈ ਵੀ ਆ ਜਾਏ, ਜੋ ਇੰਟੈਲੀਜੈਂਸ ਹੁੰਦੀ ਹੈ, ਸਮਝਦੇ ਹੋ ਇੰਟੈਲੀਜੈਂਸ, ਰੌ ਵਰਗੀਆਂ ਵੱਡੀਆਂ ਵੱਡੀਆਂ, ਉਹ ਕਿਹੜੀ ਸਟੱਡੀ ਕਰਦੇ ਆ? ਉਹ ਫੇਸ ਰੀਡਿੰਗ ਕਰਦੇ। ਚਲੋ ਉਹ ਵੀ ਗੱਲ ਛੱਡੋ, ਤੁਸੀਂ ਏਅਰਪੋਰਟ ਤੋਂ ਬਾਹਰ ਨਿਕਲਦੇ ਹੋ, ਇਮੀਗ੍ਰੇਸ਼ਨ ਖੜੀ ਹੈ ਨਾ, ਜਿੰਨੇ ਮਰਜ਼ੀ ਭੋਲੇ ਬਣ ਜਾਓ, ਜਿੰਨੇ ਮਰਜ਼ੀ ਚਲਾਕ ਬਣ ਜਾਓ, ਉਹਨਾਂ ਤੁਹਾਡੀ ਅੱਖ, ਤੁਹਾਡੀ ਬਾਡੀ ਲੈਂਗੁਏਜ ਵੇਖ ਕੇ ਤੁਹਾਨੂੰ ਘੇਰ ਲੈਣਾ, ਵੀ ਬੈਗ ਚੈੱਕ ਕਰਾਓ ਇੱਧਰ ਆ। ਤੇ ਜਿਹਨੂੰ ਘੇਰਦੇ ਆ ਉਸੇ ਕੋਲ ਹੀ ਕੁਝ ਨਿਕਲ ਜਾਂਦਾ ਹੈ। ਕੀ ਆ ਇਹ? ਬੰਦਾ ਆਪਣੇ ਚਾਲ ਚੱਲਣ, ਬਾਡੀ ਫਿਗਰ, ਤੂਰ ਤੁਰਾਈ, ਇਹਨੂੰ ਕਹਿੰਦੇ ਆ ਦਸਤਾਰ, ਗੁਫਤਾਰ, ਰਫਤਾਰ। ਕਿਸੇ ਦੀ ਪੱਗ ਦਾ ਸਟਾਈਲ ਕੀ, ਦੁਪੱਟੇ ਦਾ ਸਟਾਈਲ ਕੀ ਦੱਸ ਦਿੰਦਾ ਕੀ ਹੈ। ਕਿਸੇ ਦਾ ਚੱਲਣਾ ਦੱਸ ਦਿੰਦਾ ਏ ਇਹ ਬੰਦਾ ਕਿਹੋ ਜਿਹੀ ਸੋਚ ਰੱਖਦਾ। ਕਿਸੇ ਦੀ ਅੱਖ ਦੱਸ ਦਿੰਦੀ ਕਿੰਨੀ ਕੁ ਹਯਾ ਸ਼ਰਮ ਇਹਦੇ 'ਚ ਕਰਦੀ ਨਾ ਦੁਨੀਆ ਦੇ। ਪੰਡਤ ਜੀ ਅੰਗਾਂ ਨੂੰ ਵੇਖ ਰਹੇ ਸੀ ਤੇ ਫਿਰ ਵਿਦਵਾਨ ਨੇ ਅੰਗ ਵੇਖ ਕੇ ਵਾਹ 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 ਆਖੀ ਜਾਣ ਤੇ ਪਿਤਾ ਹਰਾ। ਉਹਨੂੰ ਐਂ ਲੱਗਦਾ ਹੈ ਵੀ ਪੰਡਤ ਅੰਗ ਵੇਖ ਕੇ ਜਿਹੜਾ ਸਿਫਤ ਕਰੂ, ਲੱਗਦਾ ਮਾਇਆ ਬਣਾਊਗਾ ਖੁਦਾ ਦਾ ਨਾਮ, ਵੀ ਇਹ ਮਹਾਨ ਹੈ, ਫਲਾਣਾ ਇੰਨੀ ਲੱਛਣਾ ਦੇ ਦੇ, ਸਿਫਤਾਂ ਦੇ ਬੋਲਾ ਜਿੰਨੇ ਮਰਜ਼ੀ ਬੰਨੀ ਜਾਓ। ਤੇ ਜਿਹੜਾ ਬੰਦਾ ਸਾਡਾ ਤੁਹਾਡਾ ਉਸਤਤ ਕਰੇ ਨਾ, ਸਾਨੂੰ ਬੜਾ ਚੰਗਾ ਲੱਗਦਾ, ਇਹਨੂੰ ਆਹ ਵੀ ਦੇ ਦਿਓ, ਇਹਨੂੰ ਆਹ ਵੀ ਦੇ ਦਿਓ। ਜਿਹੜਾ ਆਖੇ ਓਏ ਤੂੰ ਬਹੁਤਾ ਵਧੀਆ ਬੰਦਾ ਨਹੀਂ, ਕਹਿੰਦਾ ਯਾਰ ਬਲੌਕ ਕਰ ਇਹਨੂੰ, ਬੰਦਾ ਹੈ ਇਹ ਮੇਰੇ ਸਾਹਮਣੇ ਨਹੀਂ ਹੋਣਾ ਚਾਹੀਦਾ। ਹੁਣ ਉਹਨਾਂ ਸਮਿਆਂ ਦੇ ਵਿੱਚ ਪੰਡਤ ਜੀ ਜਿਸ ਵੇਲੇ ਸਿਫਤ ਕਰਦੇ, ਪਿਤਾ ਜੀ ਨੂੰ ਯਕੀਨ ਜਾਂ ਨਹੀਂ ਆਉਂਦਾ, ਕਿਉਂਕਿ ਉਹਨਾਂ ਲਈ ਪੁੱਤਰ ਹੈ, ਉਹ ਪੁੱਤਰ ਦੇ ਮੋਹ ਵਿੱਚ ਨੇ। ਜਿਉਂ-ਜਿਉਂ ਪੁੱਤਰ ਸਾਹਮਣੇ ਆਉਂਦਾ ਹੈ, ਮੋਹ ਦੀਆਂ ਤੰਦਾਂ ਪੈਂਦੀਆਂ ਜਾਂਦੀਆਂ ਨੇ। ਅਰਨ ਚਰਨ ਬਰ ਮਿਰਦੁਲ ਸੁਹਾਵੇ, ਜਿਮ ਦਲ ਕੋ ਕੰਦਨ ਡੁੱਟ ਤਪਾਵੇ। ਪੰਡਤ ਚਰਨਾਂ ਨੂੰ ਹੱਥ ਲਾ ਕੇ ਪਤਾ ਕੀ ਕਹਿੰਦਾ? ਕਹਿੰਦਾ ਵੇਖ ਕਲਿਆਣ ਚੰਦ, ਇਹ ਉਹ ਕਦਮ ਨੇ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਤੇ ਫੇਰਾ ਪਾਉਣਾ ਖੁਦਾ ਦਾ ਨਾਮ। ਜਿੱਥੇ ਜਿੱਥੇ ਇਹ ਚਰਨ ਪੈਣਗੇ ਉਹ ਥਾਵਾਂ ਪੂਜੀਆਂ ਜਾਣਗੀਆਂ, ਨਹੀਂ ਪੂਜੀਆਂ ਜਾਂਦੀਆਂ ਜੀ। ਜਿਸ ਪੱਥਰ ਨੂੰ ਹੱਥ ਲਾਤਾ ਪੰਜਾ ਸਾਹਿਬ ਹੋ ਗਿਆ, ਜਿਸ ਪੱਥਰ ਨੂੰ ਪਿੱਠ ਲੱਗ ਗਈ ਉਹ ਪੱਥਰ ਸਾਹਿਬ ਹੋ ਗਿਆ। ਉਹ ਕਿਹੜੀ ਥਾਂ ਏ? ਬਿਦਰ ਦੀ ਧਰਤੀ ਤੇ ਠੋਕਰ ਮਾਰੀ ਤੇ ਅੱਜ ਵੀ ਝਰਨੇ ਟੁੱਟੇ ਹੋਏ ਆ। ਚਾਈਨਾ ਚਲੇ ਜਾਓ, ਰੋਹਤਾਂਗ ਦੇ ਇਲਾਕੇ ਲੈ ਚਲੇ ਜਾਓ, ਉਹ ਕਿਹੜੀਆਂ ਥਾਵਾਂ ਨੇ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਹੋਣ ਤੇ ਪੂਜੀਆਂ ਨਾ ਜਾਂਦੀਆਂ ਹੋਣ। ਉਹਨਾਂ ਚਰਨਾਂ ਨੂੰ ਵੇਖ ਕੇ ਕਹਿੰਦਾ ਹੈ ਇਹਨਾਂ ਚਰਨਾਂ ਨੇ ਦੁਨੀਆ ਦਾ ਭ੍ਰਮਣ ਕਰਨਾ, ਜੱਗ ਦਾ ਉਧਾਰ ਕਰਨਾ। ਕਹਿੰਦੇ ਇੰਨਾ ਬਚਨ ਕਹਿ ਕੇ ਪੰਡਤ ਜੀ ਨੇ ਚਰਨਾਂ ਨੂੰ ਚੁੰਮ ਲਿਆ। ਕਿੱਡਾ ਮਹਾਨ ਹੋਣਾ ਜੀ, ਜਿਹਨੇ ਚਰਨਾਂ ਦੇ ਵਿੱਚ ਪਦਮ ਦਾ ਨਿਸ਼ਾਨ ਵੇਖ ਲਿਆ। ਕਹਿੰਦੇ ਲਾਲ ਸੂਹੇ ਚਰਨ ਹਨ ਗੁਰੂ ਸਾਹਿਬ ਦੇ, ਜਿੱਦਾਂ ਖੂਨ ਭਰਿਆ ਹੋਵੇ। ਪਰ ਇੱਕ ਚੀਜ਼ ਖਾਸ ਹੈ, ਸਤਿਗੁਰਾਂ ਦੇ ਚਰਨਾਂ ਦੀ ਜਿਹੜੀਆਂ ਨੀਚੇ ਵਾਲੀਆਂ ਹੁੰਦੀਆਂ ਨੇ ਨਾ, ਪੈਰ ਦੀਆਂ ਹਥੇਲੀਆਂ ਕਹਿ ਲਓ, ਉਹ ਬਾਹਰ ਨੂੰ ਨੇ ਤੇ ਆਪਣੇ ਪੈਰ ਡੂੰਘੇ ਹੁੰਦੇ। ਹੁਣ ਆਪਣੇ ਕੋਲ ਪੈਰ ਨਾ ਚੈੱਕ ਕਰੀ ਜਾਵੇ ਇੱਥੇ ਬੈਠੇ ਵੀ ਮੈਂ ਘਰ ਜਾ ਕੇ ਵੇਖਾਂ ਮੇਰੇ 'ਚ ਕਿਹੜੇ ਗੁਣ ਨੇ। ਉਹ ਗੁਰੂ ਸਾਹਿਬ ਦੇ ਚਰਨਾਂ ਦੇ ਉਭਾਰ ਨੇ ਬਾਹਰ ਵਾਲੇ ਪਾਸੇ, ਜੋ ਅੱਡੀ ਤੋਂ ਅੱਗੇ ਸੈਂਟਰ ਪੁਆਇੰਟ ਆ ਨਾ, ਉਹ ਬਾਹਰ ਨੇ, ਉੱਪਰੇ ਹੋਏ ਨੇ। ਤੇ ਆਮ ਦੁਨਿਆਵੀ ਬੰਦਿਆਂ ਦੇ ਜਿਹੜੇ ਚਰਨ ਹੁੰਦੇ ਆ, ਪੈਰ ਹੀ ਕਹੋ ਡੂੰਘੇ ਹੁੰਦੇ, ਵਿੱਚ ਬੜੇ ਡੂੰਘੇ ਹੋਣਗੇ, ਜਿਵੇਂ ਬ੍ਰਿਜ ਹੁੰਦਾ ਨਾ, ਇੱਦਾਂ ਪੈਰ ਹੋਊ ਸਾਡਾ।
ਤੇ ਉਹ ਗੁਰੂ ਸਾਹਿਬ ਦਾ ਪੈਰ ਇਦਾਂ ਅੰਦਰਲੀਆਂ ਤਲੀਆਂ ਬਾਹਰ ਨੇ। ਕਹਿੰਦੇ ਉਹਨਾਂ ਤਲੀਆਂ ਨੂੰ ਚੁੰਮ ਕੇ ਕਹਿਣ ਲੱਗਿਆ, ਇਹ ਚਰਨ ਕਮਲ ਦੇ ਫੁੱਲ ਵਰਗੇ ਨੇ, ਜਿਨ੍ਹਾਂ ਵਿੱਚ ਸੂਹੀ ਲਾਲੀ ਏਦਾਂ ਕਹਿ ਲਓ ਦੁੱਧ ਦੇ ਉੱਤੇ ਸੰਧੂਰ ਛਿੜਕਿਆ ਹੋਵੇ। ਕਿਹੜਾ ਰੰਗ ਆ? ਦੁੱਧ ਤੇ ਸੰਧੂਰ। ਇਹੋ ਜਿਹਾ ਝਲਕਾਰਾ ਸਤਿਗੁਰਾਂ ਦੇ ਚਰਨਾਂ ਦਾ ਹੈ। ਭੋਜੇ ਅਜਾਨ ਕੰਧ ਛਬ ਉੱਚੇ, ਕਰਜ ਅਰਨ ਜਿਉ ਨਗ ਹੋਏ ਸੁਚੇ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਬਾਹਾਂ ਵੇਖੀਆਂ, ਦੋਨੇ ਬਰਾਬਰ ਗੋਡਿਆਂ ਤੋਂ ਲੰਬੀਆਂ। ਪੁਰਾਤਨ ਤਸਵੀਰਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਜਿਵੇਂ ਮਿਸਰ ਵਿੱਚ ਲੱਗੀ ਹੋਈ, ਬਗਦਾਦ ਵਿੱਚ ਲੱਗੀ ਹੋਈ ਹੈ, ਅੱਜ ਵੀ ਜਿਹਨਾਂ ਚਿੱਤਰਕਾਰਾਂ ਨੇ ਬਣਾਈਆਂ ਜਾਂ ਪੁਰਾਤਨ ਪੁਸਤਕਾਂ ਦੇ ਵਿੱਚ ਗੁਰੂ ਸਾਹਿਬ ਦੀਆਂ ਬਾਹਾਂ ਗੋਡਿਆਂ ਤੋਂ ਨੀਵੀਆਂ ਨੇ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀਆਂ ਬਾਹਾਂ ਵੇਖ ਗੋਡਿਆਂ ਤੋਂ ਨੀਵੀਆਂ। ਅਵਤਾਰੀ ਪੁਰਸ਼ ਜਿਹੜੇ ਖਾਸ ਸਾਧੂ ਹੁੰਦੇ ਆ ਨਾ, ਸਾਧੂ ਦੀ ਨਿਸ਼ਾਨੀ ਹੁੰਦੀ ਬਾਹਾਂ ਲੰਬੀਆਂ ਹੋਣਗੇ ਤੇ ਸਾਡੀਆਂ ਤੇ ਪੂਰੀਆਂ ਹੀ ਹੋਣਗੀਆਂ, ਉੱਪਰ ਹੀ ਰਹਿੰਦੀਆਂ ਨੇ, ਲੱਕ ਜਿਹਦੇ ਨੇੜੇ ਤੇੜੇ। ਹੁਣ ਗੁਰੂ ਸਾਹਿਬ ਦੀਆਂ ਬਾਹਾਂ ਪਹਿਲੇ ਸਮੇਂ ਤੇ ਲੰਬੀਆਂ ਤੇ ਮੋਢੇ ਚੌੜੇ। ਮੇਰੇ ਵਰਗਾ ਤੇ ਜਿਮ ਜੁਮ ਲਾ ਕੇ ਛਾਤੀ ਚੌੜੀ ਕਰਨ ਨੂੰ ਫਿਰਦਾ ਹੈ। ਕੋਈ ਕਹਿੰਦਾ ਮੈਂ 56 ਇੰਚ ਦਾ ਸੀਨਾ, ਕੋਈ 36 ਇੰਚ ਦਾ। ਪਰ ਜਿਹੜੇ ਅਵਤਾਰੀ ਪੁਰਸ਼ ਹੁੰਦੇ ਨੇ ਉਹਨਾਂ ਦੀ ਛਾਤੀ ਦਾ ਚੁਗਾਠਾ ਚੌੜਾ ਹੁੰਦਾ ਹੈ, ਮੋਢੇ ਉੱਚੇ ਹੁੰਦੇ ਨੇ ਗੁੰਬਦਾਂ ਦੇ ਵਾਂਗ, ਉੱਚੇ ਮੋਢੇ ਸਾਈਡਾਂ ਤੇ। ਕਹਿੰਦੇ ਸਤਿਗੁਰਾਂ ਦੇ ਮੋਢੇ ਵੇਖੇ, ਬਾਹਾਂ ਵੇਖੀਆਂ, ਵੇਖ ਵੇਖ ਅੱਖਾਂ ਚੋਂ ਹੰਝੂ ਆਈ ਜਾਂਦੇ ਆ। ਪੰਡਤ ਨਾਲ ਦੀ ਨਾਲ ਕਾਗਜ਼ ਤੇ ਸਾਈਨ ਲਿਖ ਰਹੇ ਹੈ। ਇਹ ਚੀਜ਼ਾਂ ਨੇ, ਇਹਨੂੰ ਕਹਿੰਦੇ 32 ਗੁਣ। ਕੱਲ ਆਪ ਜੀ ਨੇ ਸ਼ਾਰਟ ਵਿੱਚ ਸਰਵਣ ਕੀਤੇ ਸੀ ਨਾ, 32 ਗੁਣ ਕਿਹੜੇ ਹੁੰਦੇ ਸਾਧੂ ਦੇ, ਜਿਹਦੇ ਵਿੱਚ ਹੈ ਮੱਥਾ ਟੇਕ। ਇੱਥੇ ਦੇ ਕਿਸੇ 'ਚ ਦੋ ਨਹੀਂ ਲੱਭਦੇ ਉਹਨਾਂ 'ਚ। ਸੰਸਾਰ ਦਾ ਹਾਲ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਹ ਗੁਣਾਂ ਨੂੰ ਵੇਖ ਵੇਖ ਉਹਨਾਂ ਤੋਂ ਕੁਰਬਾਨ ਜਾਂਦਾ ਏ। ਹਰ ਸਖਾ ਇੱਕ ਸਾਰ ਵਿਸਾਲਾ, ਔਰ ਅਜੁੱਟ ਸੋਭਿਤ ਸ਼ਬ ਸ਼ਾਲਾ। ਅਗਲੀ ਵੱਡੀ ਨਿਸ਼ਾਨੀ ਕੀ ਹੈ? ਕਰ ਸ਼ਾਖਾ। ਕਰ ਨਾਮ ਹੈ ਹੱਥ ਦਾ ਤੇ ਸਾਖਾ ਨਾਮ ਹੈ ਉਂਗਲਾਂ ਦਾ ਸੰਸਕ੍ਰਿਤ ਵਿੱਚ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੰਜੇ ਉਂਗਲਾਂ ਇੱਕ ਬਰਾਬਰ ਨੇ। ਆ ਦੁਨੀਆ ਕਹਿੰਦੀ ਆ ਨਾ 5 ਉਂਗਲਾਂ ਜੀ ਕਦੇ ਬਰਾਬਰ ਨਹੀਂ ਹੁੰਦੀਆਂ। ਇਹ ਜਿਹੜਾ ਸਿਆਣਾ ਬੰਦਾ ਹੱਸ ਪੈਂਦਾ ਕਈ ਵਾਰ, ਇਹ ਸਾਡੀਆਂ ਨਹੀਂ ਹੁੰਦੀਆਂ। ਸਾਡੀਆਂ ਤੇ ਆ ਵੇਖੋ ਕੀ ਹਾਲ ਹੈ, ਅੰਗੂਠਾ ਜਿਹਾ ਤੇ ਲੱਭਦਾ ਹੀ ਨਹੀਂ ਇੱਥੇ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ 5 ਉਂਗਲਾਂ ਬਰਾਬਰ ਨੇ। ਜੋ ਅਵਤਾਰੀ ਪੁਰਸ਼ ਹੁੰਦੇ ਨਾ, ਰੱਬ ਦੇ ਭੇਜੇ ਆਉਂਦੇ ਆ, ਉਹਨਾਂ ਦੀਆਂ 5 ਦੀਆਂ 5 ਬਿਲਕੁਲ ਸੇਮ ਹੁੰਦੀਆਂ। ਨਾ ਅੰਗੂਠਾ ਛੋਟਾ ਹੁੰਦਾ ਤੇ ਨਾ ਚੀਚੀ ਛੋਟੀ ਹੁੰਦੀ, ਬਿਲਕੁਲ ਬਰਾਬਰ। ਇਹ ਨਿਸ਼ਾਨੀਆਂ ਨੇ, ਪੁਰਾਤਨ ਗ੍ਰੰਥ ਪੜ੍ਹ ਕੇ ਵੇਖੋ ਸਾਹਮਣੇ ਆ ਜਾਣਗੀਆਂ। ਹੁਣ ਇਹ ਚੀਜ਼ਾਂ ਵੇਖ ਵੇਖ ਪੰਡਤ ਤੇ ਤਾਂ ਕੁਰਬਾਨ ਜਾਂਦਾ ਵੀ ਹਰ ਨਿਸ਼ਾਨੀ ਪੂਰੀ ਹੈ, ਪੂਰੀ ਤੋਂ ਵੀ ਵੱਧ ਕੇ ਹੈ। ਕਹਿੰਦੇ 5 ਦੀਆਂ 5 ਉਂਗਲਾਂ ਬਰਾਬਰ ਨੇ, ਨਾ ਕੋਈ ਛੋਟੀ ਨਾ ਕੋਈ ਵੱਡੀ ਨਾ ਕੋਈ ਮੋਟੀ ਹੈ, ਬਿਲਕੁਲ ਪੱਧਰੇ ਹੱਥ ਹਨ। ਕਾਹਨ ਕਰਮ ਹੀ ਚਮਰ ਬਣਾਵਾ, ਛਤਰ ਬਾਮ ਮਹਿ ਰੁਚਰ ਸੁਹਾਵਾ। ਛੋਟੀਆਂ ਛੋਟੀਆਂ ਨਿਸ਼ਾਨੀਆਂ। ਕਹਿੰਦੇ ਖੱਬੇ ਹੱਥ ਦੇ ਵਿੱਚ ਛਤਰ ਵਾਂਗ ਨਿਸ਼ਾਨ ਬਣੇ ਆ, ਸੱਜੇ ਹੱਥ ਦੇ ਵਿੱਚ ਚੌਰ ਦਾ ਨਿਸ਼ਾਨ ਹੈ। ਅੱਜ ਵੀ ਕਿਸੇ ਬੰਦਗੀ ਵਾਲੇ ਮਹਾਂਪੁਰਖ ਦੇ ਕੋਲ ਜਾ ਕੇ ਵੇਖਿਓ, ਉਹਦੇ ਪੈਰ ਵੇਖਿਓ ਥੱਲੇ ਤੋਂ, ਪਰ ਹੋਵੇ ਬੰਦਗੀ ਵਾਲਾ, ਮੇਰੇ ਵਰਗਾ ਨਾ ਹੋਵੇ। ਕਿਤੇ ਟੈਟੂ ਛਪਾਈ ਫਿਰਦਾ ਹੋਵੇ ਵੀ ਹੱਥ ਤੇ ਲੈ ਛਤਰ ਮੇਰੇ ਵੀ ਹੈਗਾ ਜੀ, ਇਹੋ ਜਿਹਾ ਕੁਛ ਨਹੀਂ ਹੈ। ਇਹ ਪੂਰਨ ਨਿਸ਼ਾਨੀਆਂ ਨੇ, ਪੂਰਨ ਪੁਰਸ਼ਾਂ ਦੀਆਂ, ਜਿਹਨਾਂ ਨੂੰ ਪੂਰਨ ਮੰਨਿਆ ਜਾਂਦਾ ਹੈ। ਇੱਕ ਹੱਥ ਤੇ ਛਤਰ ਦਾ ਨਿਸ਼ਾਨ ਬਿਲਕੁਲ ਸੂਖਮ ਹੈ, ਇੱਕ ਹੱਥ ਤੇ ਚੌਰ ਦਾ ਨਿਸ਼ਾਨ ਹੈ। ਇਸੇ ਕਰਕੇ ਕਿਹਾ ਸੀ ਇਹ ਚਵਰ ਛਤਰ ਦੇ ਮਾਲਕ ਹੋਣਗੇ। ਕੋਮਲ ਗੋਲ ਕਪੋਲ ਸੁਹਾਵਨ, ਉਨਤ ਨਾਸਕਾ ਮੋਦ ਬੜਾਵਣ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਸਰੀਰ ਦੀਆਂ ਜਿਹੜੀਆਂ ਨਾਸਾਂ ਨੇ, ਨੱਕ ਉੱਚਾ ਨੇ। ਆਪਣੇ ਤੇ ਪੰਜਾਬੀਆਂ ਦੇ ਡੱਡੂ ਵਰਗੇ ਨੱਕ ਹੁੰਦੇ ਆ, ਸਾਡਾ ਨਾਮ ਜਿਹਦਾ ਮਰਜ਼ੀ ਵੇਖ ਲਾ, ਕਿਸੇ ਦਾ ਪਕੌੜੇ ਵਰਗਾ, ਕਿਸੇ ਦਾ ਕੀ ਹੋ। ਪਰ ਜਿਹੜੇ ਅਵਤਾਰੀ ਪੁਰਸ਼ ਹੁੰਦੇ ਨਾ, ਉਹਨਾਂ ਦੇ ਨੱਕ ਨਾਸਕਾਂ ਉੱਚੀਆਂ ਹੁੰਦੀਆਂ, ਉੱਚੀਆਂ। ਕਹਿੰਦੇ ਉੱਚੇ ਨੱਕ ਸੱਚੇ ਪਾਤਸ਼ਾਹ ਦੇ, ਕੰਨ ਬਿਲਕੁਲ ਲੰਬੇ ਹੁੰਦੇ ਆ। ਇਹੀ ਜੱਗ ਤੋਂ ਪਛਾਣ ਵੱਖਰੀ ਹੁੰਦੀ ਹੈ। ਕ੍ਰਿਸ਼ਨ ਜੀ ਦਾ ਪੜ੍ਹ ਕੇ ਵੇਖ ਲਓ, ਰਾਮਚੰਦਰ ਜੀ ਦਾ, ਪਰ ਉਹਨਾਂ 'ਚ ਤੇ ਕੁਛ ਗਿਣਤੀ ਦੇ ਗੁਣ ਸੀ। ਕੋਈ 16 ਕੋਈ 14 ਗੱਲਾਂ ਸੰਪੂਰਨ ਨਹੀਂ ਸੀ, ਪਰਮਾਤਮਾ ਹੈ। ਕਹਿੰਦੇ ਲੰਬੇ ਕੰਨ ਸਨ, ਨਾਸਕਾ ਸੱਚੇ ਪਾਤਸ਼ਾਹ ਦੀ ਉੱਚੀ ਹੈ, ਤੇ ਗੱਲਾਂ ਬਿਲਕੁਲ ਗੋਲ।
ਅੱਜ-ਕੱਲ ਤੇ ਚਲੋ ਸਰਜਰੀ ਨਾਲ ਸਾਰਾ ਕੁਝ ਹੀ ਹੋ ਜਾਂਦਾ, ਪਰ ਉਹ ਗੱਲ ਥੋੜਾ ਬਣਦੀ ਹੈ। ਹੁਣ ਜਿਹੜੇ ਟੋਏ ਜਿਹੇ ਹੁੰਦੇ ਆ ਗੱਲਾਂ 'ਚ, ਸਾਧੂਆਂ ਦੇ ਨਹੀਂ ਹੁੰਦੇ। ਅੱਜ ਸਾਇੰਸ ਸਿੱਧ ਕਰਦੀ, ਆਪਾਂ ਕਹਿੰਦੇ ਸੀ ਨਾ ਵੀ ਗੱਲਾਂ ਦੇ ਵਿੱਚ ਟੋਏ, ਹੁਣ ਬੰਦਾ ਬੜਾ ਸੋਹਣਾ ਲੱਗਦਾ ਹੈ। ਉਹ ਕਹਿੰਦੇ ਜਿਸ ਬੰਦੇ ਵਿੱਚ ਬੀ ਕੰਪਲੈਕਸ ਦੀ ਕਮੀ ਆ, ਉਹਦੀਆਂ ਗੱਲਾਂ 'ਚ ਬਚਪਨ ਤੋਂ ਟੋਏ ਪੈਂਦੇ। ਹੁਣ ਚੈੱਕ ਕਰ ਲਿਓ ਤੁਹਾਨੂੰ ਹੈਗੀ ਕਿ ਨਹੀਂ। ਮੈਡੀਕਲ ਸਾਇੰਸ ਕਹਿੰਦੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਗੱਲਾਂ ਬਿਲਕੁਲ ਗੋਲ, ਕਹਿੰਦੇ ਸੁਰਖ ਲਾਲ ਨੇ, ਜਿਵੇਂ ਗੁਲਾਬੀ ਫੁੱਲ ਹੁੰਦਾ ਨਾ ਗੁਲਾਬ ਦਾ, ਏਦਾਂ ਦਾ ਚਿਹਰਾ ਦਿਸਦਾ ਏ। ਆਦਮ ਚੰਦਰਾਕਾਰ ਲੀਲਾ ਰੰਗ, ਧਨ ਫਿਰ ਕੁਟੀ ਸੋ ਕੂਚ ਬਿਲਾਰੰ। ਅਗਲੇ ਗੁਣ ਦੱਸਦੇ ਆ, ਕਹਿੰਦੇ ਸਤਿਗੁਰਾਂ ਦਾ ਜਿਹੜਾ ਮੱਥਾ ਹੈ ਨਾ, ਉਹ ਅਰਧ ਚੰਦਰਾਕਾਰ, ਲਿਲਾਰ ਨਾਮ ਮੱਥੇ ਦਾ। ਬਾਣੀ ਪੜ੍ਹਦੇ ਹੋ ਨਾ, ਜਬ ਲੋ ਨਹੀਂ ਭਾਗ ਲਿਲਾਰ ਉਦੈ। ਇੱਥੇ ਲਿਲਾਰ ਕਿਹਨੂੰ ਕਹਿੰਦੇ? ਮੱਥਾ। ਕਹਿੰਦੇ ਮੱਥੇ ਦੇ ਭਾਗ ਜਦੋਂ ਉਦੈ ਪ੍ਰਗਟ ਹੋ ਗਏ, ਤਬ ਲੋ ਭ੍ਰਮ ਤੇ ਫਿਰਤੇ ਬਹੁਤ ਧਾਇਓ। ਜਦੋਂ ਤੱਕ ਇਹ ਭਾਗ ਤੇਰੇ ਚਮਕੇ ਨਹੀਂ ਸੀ, ਉਦੋਂ ਤੱਕ ਭਟਕਦਾ ਫਿਰਦਾ ਸੀ। ਕਹਿੰਦੇ ਮੱਥਾ ਗੁਰੂ ਸਾਹਿਬ ਦਾ ਏਦਾਂ ਲਾ ਲਓ ਜਿਵੇਂ ਚੰਦ ਅਧੂਰਾ ਹੋਵੇ। ਟੇਢਾ ਜਿਹਾ ਸ਼ੇਪ ਚ ਹੁੰਦਾ ਨਾ ਚੰਦ, ਫੁੱਲ ਨਹੀਂ, ਫੁੱਲ ਮੂਨ ਨਹੀਂ, ਨਾ ਨਿਊ ਮੂਨ, ਅੱਧ ਬਚਦਾ ਜਾ। ਕਹਿੰਦੇ ਚੰਦਰਮਾ ਦੇ ਵਾਂਗ ਉਹਨਾਂ ਦਾ ਮਸਤਕ ਹੈ। ਤੇ ਇਸ ਸੋਹਣੇ ਮੱਥੇ ਦੇ ਵਿੱਚ ਜਿਹੜੇ ਭਰਵੱਟੇ ਆ ਨਾ, ਉਹ ਏਦਾਂ ਦੇ ਜਿਵੇਂ ਕਮਾਨ ਹੁੰਦੀ ਹੈ ਨਾ ਤੀਰ ਦੀ। ਇਹ ਸ਼ਿੰਗਾਰਾਂ ਦੇ ਵਿੱਚ ਆ ਜਾਂਦਾ ਜੇਕਰ। ਅੱਜ ਤੇ ਜਿਹਨੂੰ ਮਰਜ਼ੀ ਵੇਖ ਲਓ, ਮੈਂ ਕਹਿੰਦਾ ਗੈਂਡੇ ਵਰਗਾ ਮੂੰਹ ਬਣਾਇਆ ਹੁੰਦਾ, ਚੁੱਕ ਕੇ ਭਰਵੱਟੇ ਉੱਪਰ, ਜਿਹਨੂੰ ਮਰਜ਼ੀ ਛੇੜ ਕੇ ਵੇਖ ਲਓ, ਭਾਵੇਂ ਮਰਦ ਹੈ ਭਾਵੇਂ ਔਰਤ ਹੈ, ਭੇਡਾਂ ਵਰਗੇ ਭਰਵੱਟੇ ਹੁੰਦੇ ਆ। ਸਤਿਨਾਮ। ਆ ਜਿਹੜੇ ਸੈਲਫੀਆਂ ਜਿਹੀਆਂ ਲੈਂਦੇ, ਕਦੇ ਮਿਲਾ ਕੇ ਵੇਖਿਓ, ਭੇਡ ਦਾ ਮੂੰਹ ਵੇਖ ਲਿਓ ਡਾਊਨਲੋਡ ਕਰਕੇ ਫੋਟੋ। ਆ ਭਰਵੱਟੇ ਜੇ ਭੇਡਾਂ ਵਰਗੇ ਆ, ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹਨਾਂ ਦੇ ਭਰਵੱਟੇ ਭਾਰੇ ਹੁੰਦੇ ਆ, ਬਿਲਕੁਲ ਕੋਨੇ, ਜਿਵੇਂ ਕਮਾਨ ਹੋਵੇ। ਦੁਨੀਆ ਸੋਹਣੇ ਬਣਨ ਦੀ ਕੋਸ਼ਿਸ਼ ਕਰਦੀ ਹੈ, ਪਰ ਨਹੀਂ ਭਾਈ। ਜਿਹਨੂੰ ਰੱਬ ਨੇ ਸੁਹੱਪਣ ਦਿੱਤਾ, ਨੈਚੁਰਲ ਜੋ ਦਿੱਤਾ ਨਾ, ਉਹ ਬਿਊਟੀ ਵਰਗਾ ਕੋਈ ਹੋ ਹੀ ਨਹੀਂ ਸਕਦਾ। ਤੁਹਾਡੀ ਆਪਣੀ ਮਰਜ਼ੀ, ਜੋ ਮਰਜ਼ੀ ਕਰੋ, ਮੈਂ ਕੀ ਦੱਸ ਪੈਸੇ ਦੇਣੇ ਆ ਸਲੂਨ ਦੇ? ਭਾਵੇਂ ਭਰਵੱਟੇ ਲਾਓ, ਭਾਵੇਂ ਲਾਓ, ਸਾਨੂੰ ਕੀ ਡਰ ਹੈ? ਕਈ ਕਹਿੰਦੇ ਲੈ ਪਤਾ ਨਹੀਂ ਭਾਈ ਸਾਹਿਬ ਨੂੰ ਕੀ ਢਿੱਡ ਦੁਖਦਾ ਹੈ, ਸਾਡੇ ਤੇ ਆਇਆ ਕਹਿ ਦਿੰਦਾ। ਮੈਂ ਨਹੀਂ ਕਹਿੰਦਾ ਭਾਈ, ਇਹ ਮਰਿਆਦਾ ਪੜ੍ਹ ਲਓ, ਸਾਰਾ ਕੁਝ ਲਿਖਿਆ ਹੋਇਆ। ਸਾਡਾ ਕੰਮ ਹੈ ਢੋਲ ਵਜਾਉਣਾ। ਕਿਸੇ ਨੇ ਨੱਚਣਾ ਨਹੀਂ ਨੱਚਣਾ, ਉਹਦੀ ਮਰਜ਼ੀ ਹੁੰਦੀ ਹੈ। ਚਲੋ ਚੰਗਾ ਹੀ ਹੈ ਜਿਹੜਾ ਸਾਡੀ ਨਿੰਦਿਆ ਕਰਦਾ। ਜਿੰਨੇ ਕੁ ਸਾਡੇ ਪਾਪ ਹੁੰਦੇ ਉਹ ਲਾਹ ਨੂੰ ਜਾਂਦੇ ਆ। ਇਹ ਕੋਈ ਅੱਜ ਦਾ ਕੰਮ ਹੈ? ਅਸੀਂ ਤੇ ਸਿੱਧਾ ਸਵਰਗਾਂ ਨੂੰ ਜਾਣਾ, ਸਾਡੀ ਤੇ ਸਿੱਧੀ ਫਲਾਈਟ ਹੈ। ਕਿਉਂ? ਜਿੰਨੇ ਕੁ ਸਾਡੇ ਔਗਣ ਹੁੰਦੇ ਲੋਕ ਉਹ ਨਿਗਤ ਹੋ ਜਾਂਦੇ ਆ। ਸਾਰਾ ਕਿਤੇ ਹੀ ਹੈ, ਇੱਥੇ ਥੋੜਾ ਕਿਤੇ ਹਰ ਥਾਂ ਹੀ ਹੁੰਦਾ। ਇਸ ਕਰਕੇ ਪ੍ਰਚਾਰਕਾਂ ਦੀ ਤੇ ਜ਼ਿੰਦਗੀ ਚੜ੍ਹਦੀ ਕਲਾ ਰਹੀ ਹੈ। ਮਰਦ ਹਰ ਜਨਮ 'ਚ ਹੀ ਪ੍ਰਚਾਰਕ ਬਣਾਵੇ, ਕਿਉਂਕਿ ਜਿੰਨੇ ਕੁ ਪਾਪ ਕੀਤੇ ਵੀ ਹੋਣਗੇ ਜਾਂ ਕਰ ਵੀ ਰਹੇ ਆ, ਸਾਡੇ ਜਿਹੜੇ ਨਿੰਦਕ ਨੇ ਉਹ ਧੋ ਜਾਂਦੇ ਆ। ਬੜੀ ਕਿਰਪਾ ਉਹਨਾਂ ਤੇ, ਉਹਨਾਂ ਦੇ ਚਰਨਾਂ ਤੇ ਬੰਦਨਾ ਹੈ। ਪਰ ਇਹ ਗੱਲਾਂ ਖਰੀਆਂ ਨੇ। ਗੁਰੂ ਸਾਹਿਬ ਦੇ ਭਰਵੱਟੇ ਕਮਾਨ ਵਰਗੇ ਆ ਜੀ, ਤਿੱਖੀਆਂ ਕਮਾਨਾਂ, ਤੇ ਮੱਥਾ ਅਰਧ ਚੰਦਰਾਕਾਰ, ਅੰਡਕਾਰ ਸ਼ੇਪ ਹੈ, ਅੱਧੇ ਚੰਦਰਮਾ ਵਰਗੀ। ਤੇ ਗੁਰੂ ਸਾਹਿਬ ਦੇ ਜਿਹੜੇ ਕੇਸ ਨੇ ਨਾ, ਉਹ ਪਿੱਛੇ ਹਟ ਗਏ ਆ। ਸ਼ੁਰੂਆਤ ਹੁੰਦੀ ਹੈ ਮੱਥੇ ਤੋਂ, ਪਿੱਛੇ ਹਟ ਕੇ ਕੇਸ, ਤੇ ਇੱਥੇ ਫੁੱਲ ਦਾ ਨਿਸ਼ਾਨ ਹੈ। ਤੇ ਅੱਜ ਕੱਲ ਤੇ ਪੱਗ ਬੰਨ ਕੇ ਵੈਸੇ ਝੜ ਕੇ ਪਿੱਛੇ ਹੋ ਜਾਂਦੇ। ਉਹ ਚੀਜ਼ ਨਹੀਂ ਹੈ, ਸੁਭਾਵਕ ਹੈ, ਬਚਪਨ ਹੈ। ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ, ਜਨਮ ਵੇਲੇ ਉਹਨਾਂ ਦੇ ਸਿਰ ਉੱਤੇ ਕੇਸ ਹੁੰਦੇ ਆ। ਤੇ ਦੁਨਿਆਵੀ ਬੱਚੇ ਕਈ ਵਾਰ ਕੇਸ ਲੇਟ ਆਉਂਦੇ ਆ, ਕਿਸੇ ਦੇ 10 ਦਿਨਾਂ ਬਾਅਦ ਸ਼ੁਰੂ ਹੁੰਦੇ, ਕਿਸੇ ਦੇ 5 ਦਿਨਾਂ ਬਾਅਦ ਹਲਕਾ ਬਰਾਊਨਿਸ਼ ਜਿਹਾ ਹੁੰਦਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਹਿਲੇ ਦਿਨ ਤੋਂ ਕੇਸ ਸਨ, ਬਿਲਕੁਲ ਗੋਲ, ਅੱਧੇ ਚੰਦਰਮਾ ਵਰਗਾ ਮੱਥਾ ਹੈ, ਤੇ ਕਮਾਨ ਵਰਗੀਆਂ ਉਹਨਾਂ ਦੀਆਂ ਭਲੱਫਣਾਂ ਨੇ। ਉਹ ਭਲੱਫਣਾਂ ਦੇ ਕੇਸ ਲੰਬੇ ਨੇ। ਗੁਰੂ ਨਾਨਕ ਸਾਹਿਬ ਦਾ ਅਸਲ ਰੂਪ ਐਸਾ ਹੀ ਸੀ। ਬਜ਼ੁਰਗ ਵੇਲੇ, ਬੁਢਾਪੇ ਵੇਲੇ ਵੀ ਮਰਦ ਸੱਚੇ ਪਾਤਸ਼ਾਹ ਦੀ ਆ ਜਿਹੜੀ ਆਈਬਰੋ ਆ ਨਾ, ਬਿਲਕੁਲ ਬਲੈਕ ਸੀ ਔਰ ਭਰੀ ਹੋਈ ਸੀ, ਤੇ ਲੰਬੇ ਕੇਸ ਸਨ। ਕੇਸ ਸਤਿਗੁਰਾਂ ਦੇ ਕਾਫੀ ਲੰਬੇ ਸਨ। ਇਹਨਾਂ ਭਲੱਫਣਾਂ ਦੇ ਅਸਲ ਰੂਪ ਆ ਜਿਹਦਾ ਦਾ ਧਿਆਨ ਧਰ ਕੇ ਵੇਖਿਆ ਕਰੋ, ਰੱਬ ਕਿਹੋ ਜਿਹੇ ਰੂਪ ਚ ਆਇਆ। ਕਹਿੰਦੇ ਜਦ ਵੇਖਿਆ ਨਾ ਪੰਡਤ ਜੀ ਨੇ, ਬਲਿਹਾਰ ਜਾਂਦੇ ਆ, ਦੱਸ ਦੇ ਕਲਿਆਣ ਚੰਦ ਨੂੰ, ਵੇਖ ਕਲਿਆਣ ਚੰਦ ਆਪਣੇ ਭਰਵੱਟੇ ਵੇਖ ਤੇ ਪੁੱਤ ਦੇ ਵੇਖ, ਕਿਉਂਕਿ ਨਿਰੰਕਾਰ ਆ ਨਾ, ਇਹ ਪਰਮੇਸ਼ਰ ਹੈ, ਉਸੇ ਰੂਪ ਦੇ ਵਿੱਚ ਹੈ ਜਿਹਨੂੰ ਕਹਿੰਦੇ ਆ ਨਾ ਪਰਮਾਤਮਾ ਸੋਹਣਾ ਮੁਖ ਜਿਨ ਲੰਬੜੇ ਵਾਲਾ। ਬਾਣੀ ਕਹਿੰਦੀ ਆ ਵੀ ਉਹਦਾ ਮੁਖ ਬੜਾ ਸੋਹਣਾ, ਲੰਮੇ ਲੰਮੇ ਕੇਸ ਨੇ। ਉਹ ਰੂਪ ਸੀ ਗੁਰੂ ਨਾਨਕ ਸਾਹਿਬ ਜੀ ਦਾ। ਬਚਪਨ ਦੇ ਵਿੱਚ ਏਦਾਂ ਹੈ ਜਿਵੇਂ ਗੁਲਾਬ ਦਾ ਫੁੱਲ ਗੁਲਾਬੀ ਟਹਿਕਦਾ ਹੁੰਦਾ ਹੈ। ਅਜੇ ਤੇ ਨਾ ਮੋਟੇ ਪਾਏ ਆ, ਨਾ ਕੰਗਣ ਪਾਏ ਆ, ਪੈਰਾਂ ਵਿੱਚ ਵੀ ਕੁਛ ਨਹੀਂ, ਸਿਰਫ ਇੱਕ ਕੱਪੜਾ ਕੰਬਲ ਦਿੱਤਾ ਹੋਇਆ ਸੀ।
ਵੇਖ ਵੇਖ ਪੰਡਤ ਉਹਨਾਂ ਗੁਣਾਂ ਨੂੰ ਲਿਖੀ ਜਾਂਦਾ ਏ। ਸੁਣ ਕਾਲੂ ਸੁਤ ਤੋਹੇ ਵਿਚਛਣ ਇਸਮੇ ਲਖਿਤ ਬਤ ਸੋ ਲਛਣ। ਤੇ ਫਿਰ ਪਿਤਾ ਜੀ ਨੂੰ ਕਹਿਣ ਲੱਗੇ ਪੰਡਤ ਜੀ, ਕਹਿੰਦੇ ਕਾਲੂ ਜੀ ਤੈਨੂੰ ਪਤਾ ਤੇਰੇ ਪੁੱਤ ਵਿੱਚ 32 ਗੁਣ ਨੇ। ਬਾਣੀ ਕਹਿੰਦੀ 32 ਲੱਛਣਾ। 32 ਲੱਛਣ ਹੁੰਦੇ ਰੱਬ ਦੇ ਪਿਆਰਿਆਂ ਦੇ। ਲੱਛਣ ਕੋਈ ਮਾੜੀ ਚੀਜ਼ ਨਹੀਂ ਹੈ। ਲੱਛਣ ਦਾ ਸੰਸਕ੍ਰਿਤ ਦਾ ਸ਼ਬਦ ਹੈ, ਲੱਛਣ ਤੋਂ ਭਾਵ ਚਿੰਨ੍ਹ, ਗੁਣ। ਕਾਲੂ ਜੀ ਸੁਣ ਕੇ ਉਹ ਤੇ ਖੁਸ਼ ਬੜੇ ਆ, ਪੁੱਤਰ ਘਰੇ ਹੋਇਆ, ਇੰਨਾ ਪਤਾ ਲੱਗਿਆ ਅਵਤਾਰੀ ਆ, ਹੁਣ ਆਹ ਚੀਜ਼ਾਂ ਕੀ ਮੈਟਰ ਕਰਦੀਆਂ ਨੇ। ਕਹਿੰਦਾ ਪੰਡਤ ਜੀ ਹੁਣ ਜੀ ਤੁਸੀਂ ਦੱਸੋ ਤੁਹਾਨੂੰ ਕੀ ਦਾਨ ਦੇਈਏ, ਦਕਸ਼ਣਾ ਵਿੱਚ ਤੁਹਾਨੂੰ ਕੀ ਦੇ ਦਈਏ। ਕਰ ਧਰਵਾ ਇਹ ਉਰਦ ਆਈ ਧਨ ਬੋਆਈ ਰੱਖੇ ਟਿਕ ਨਹੀਂ। ਤੇ ਫਿਰ ਅਗਲਾ ਬਚਨ ਪੰਡਤ ਜੀ ਕਹਿੰਦੇ ਆ ਵੇਖ ਕਲਿਆਣ ਚੰਦ ਤੈਨੂੰ ਯਕੀਨ ਕਿਉਂ ਨਹੀਂ ਹੁੰਦਾ, ਇਹਦੇ ਹੱਥ ਦੀਆਂ ਹਥੇਲੀਆਂ ਵੇਖ ਲੈ। ਹਥੇਲੀਆਂ ਤੇ ਲਕੀਰਾਂ ਨਹੀਂ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਹੱਥ ਦੀਆਂ ਹਥੇਲੀਆਂ ਤੇ ਕੋਈ ਲਕੀਰ ਨਹੀਂ ਹੈ, ਬਿਲਕੁਲ ਸਾਫ਼ ਨੇ। ਸਾਨੂੰ ਤੇ ਪੰਡਤਾਂ ਨੇ ਉਲਝਾਇਆ ਹੋਇਆ, ਉਹ ਤੇਰੀ ਮਾਂ ਵਾਲੀ ਕੋਠੀ ਖਾ ਗਈ, ਤੇਰੇ ਤੇ ਇੰਨੇ ਵਿਆਹ ਨੇ। ਆ ਮੈਨੂੰ ਬਚਪਨ ਤੋਂ ਹੀ ਕਹਿੰਦੇ ਰਹੇ, ਕਹਿੰਦੇ ਤੇਰੇ 3 ਵਿਆਹ ਲੈ, ਮੇਰਾ ਹਜੇ ਤੱਕ ਇੱਕ ਨਹੀਂ ਹੋਇਆ। ਖੁਦਾ ਨਾਮ ਕਿਹੜਾ ਪੰਡਤ ਕੁੱਟਾਂ ਮੈਂ, ਕਿਹਨੂੰ ਮਿਲਾਂ ਜਾ ਕੇ। ਬਚਿਆ ਕਰੋ ਇਹਨਾਂ ਚੀਜ਼ਾਂ ਤੋਂ ਭਾਈ, ਇਹ ਭਰਮ ਨੇ। ਸੱਚ ਕੀ ਆ ਉਹ ਗੁਰੂ ਕੀ ਬਾਣੀ ਦੱਸਦੀ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੱਥਾਂ ਦੀ ਨਿਸ਼ਾਨੀ ਕੀ ਹੈ? ਕਹਿੰਦੀ ਉਹਨਾਂ ਦੀ ਹਥੇਲੀ ਹੈ ਨਾ ਜਿਹੜੀ ਆ ਪਲਮ ਬੋਲਦੇ ਅੰਗਰੇਜ਼ੀ ਨਾਲ, ਇਹ ਹੱਥ ਬਾਹਰ ਸੀ, ਸਾਡੀਆਂ ਡੂੰਘੀਆਂ ਨੇ। ਬਾਹਰ ਦਾ ਕੀ ਭਾਵ ਹੈ ਵੀ ਜਿਹਦੇ ਹਥੇਲੀ ਬਾਹਰ ਹੈ, ਇਹ ਅਵਤਾਰੀ ਪੁਰਸ਼ਾਂ ਦੀ ਹੁੰਦੀ ਹੈ ਵੀ ਮਾਇਆ ਦੀ ਕਮੀ ਕੋਈ ਨਹੀਂ, ਪਰ ਮਾਇਆ ਨਾ ਰੱਖਣੀ ਕੋਈ ਨਹੀਂ। ਜਿੰਨਾ ਬੰਦਾ ਸੂਮ ਹੋਊਗਾ ਉਹਨੇ ਹੱਥ ਦੀਆਂ ਹਥੇਲੀਆਂ ਡੂੰਘੀਆਂ। ਹੁਣ ਚੈੱਕ ਨਾ ਕਰੀ ਜਾਇਓ ਇੱਥੇ ਬਹਿ ਕੇ, ਕਈ ਤੇ ਥੱਲੇ ਹੱਥ ਜੋੜ ਕੇ ਬਸ ਸਾਈ ਵੇਖੀ ਜਾਣਗੇ ਵੀ ਲੈ ਕਿਤੇ ਆਪਾਂ ਤਾਂ ਨਹੀਂ ਉਹਨਾਂ ਨੂੰ ਵੀ ਆਉਂਦੀ। ਤੇ ਸੱਚੀ ਗੱਲ ਬਾਬਾ ਜੀ ਮਾਇਆ ਬੜੀ ਪਰ ਖਰਚੇ ਵੀ ਬਹੁਤ ਨੇ। ਆਹ ਰੌਲਾ ਸਾਡਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਹਥੇਲੀਆਂ ਬਾਹਰ ਉਬਲੀਆਂ ਹੋਈਆਂ, ਜਿਵੇਂ ਡਬਲ ਰੋਟੀ ਹੋਵੇ, ਹੱਥ ਬਾਹਰ ਹੁੰਦੇ। ਤੇ ਜਿਹੜਾ ਆਮ ਸੰਸਾਰੀ ਬੰਦਾ ਹੁੰਦਾ ਉਹਦੀ ਹਥੇਲੀ ਡੂੰਘੀ ਹੁੰਦੀ। ਕਿਉਂ? ਉਹਨੇ ਸਾਰੀ ਜ਼ਿੰਦਗੀ ਮੰਗਣਾ ਤੇ ਦੇਣ ਵਾਲੇ ਦਾ ਹੱਥ ਭਾਰਾ ਹੋਏਗਾ। ਉਂਗਲਾਂ ਪੰਜੇ ਇੱਕ ਬਰਾਬਰ ਨੇ, ਹੱਥ ਦੀ ਹਥੇਲੀ ਬਾਹਰ ਨੂੰ ਉਭਰੀ ਹੋਈ ਹੈ। ਪੜਿਓ ਸਮੁਦਰਿਕ ਮੈਂ ਬਹੁਤ ਸੋਦਾ ਸ਼ੋਭ ਗੁਣ ਸਭ ਸਮਹੀ ਕੇ ਪਰਬੁਦਾ। ਪੰਡਤ ਜੀ ਨੇ ਉਸ ਵੇਲੇ ਗ੍ਰੰਥ ਖੋਲਿਆ, ਸਮੁੰਦਰਿਕ ਸਾਰੀਆਂ ਗੱਲਾਂ ਕਲਿਆਣ ਚੰਦ ਜੀ ਨੂੰ ਵਿਖਾਈਆਂ। ਕਹਿੰਦੇ ਇਹਨਾਂ 'ਚ ਤੇ ਇੰਨੇ ਗੁਣ ਨੇ, ਉੱਥੇ ਤੱਕ ਤੇ ਸਾਡੇ ਗ੍ਰੰਥ ਵੀ ਨਹੀਂ ਪਹੁੰਚੇ। ਆਖੋ ਸਤਿਨਾਮ। ਸਮੁੰਦਰਿਕ ਗ੍ਰੰਥ ਜੋ ਜੋਤਿਸ਼ ਦਾ ਹੈ, ਕੱਲ ਬੜੇ ਵਿਸਥਾਰ ਸਹਿਤ ਆਪ ਜੀ ਨੇ ਸੁਣਿਆ, ਉਹ ਕੇਵਲ 32 ਨਿਸ਼ਾਨੀਆਂ ਦਾ ਜ਼ਿਕਰ ਕਰਦਾ ਹੈ। ਤੂੰ ਅੱਗੇ ਐਂਡ ਕੁਛ ਵੀ ਨਹੀਂ, ਉਹੀ ਮਹਾਨ ਨੇ। ਪੰਡਤ ਕਹਿੰਦਾ ਇਹਨਾਂ 'ਚ ਸੈਂਕੜੇ ਨਿਸ਼ਾਨੀਆਂ ਨੇ, ਇਹ ਅਵਤਾਰ ਨੇ। ਪਿਤਾ ਕਹਿੰਦਾ ਵਿਸ਼ਨੂੰ ਦੇ, ਕਹਿੰਦਾ ਨਾ ਪਿਤਾ ਜੀ ਦੇ ਇੱਥੇ ਤੱਕ ਹੀ ਸੋਚ ਸਕਦੇ ਕਿਉਂਕਿ ਉਹ ਸਨਾਤਨ ਮਤ ਨਾਲ ਜੁੜੇ, ਉਦੋਂ ਸਿੱਖ ਧਰਮ ਦਾ ਆਗਾਜ਼ ਹੀ, ਨਾਮ ਨਿਸ਼ਾਨੀ ਕੋਈ ਨਹੀਂ। ਕਹਿੰਦੇ ਫਿਰ ਮੈਂ ਨਹੀਂ ਮੰਨਦਾ। ਉਹ ਕਹਿੰਦੇ ਕਲਿਆਣ ਚੰਦ ਜੀ ਮੰਨੋ ਨਾ ਮੰਨੋ, ਇਹਨੂੰ ਸਾਰਾ ਜੱਗ ਮੰਨੋ। ਆਖੋ ਸਤਿਨਾਮ। ਪੰਡਤ ਦੇ ਮੂੰਹ ਤੇ ਕਹੀ ਜਾਂਦਾ ਸਾਰੀਆਂ ਗੱਲਾਂ, ਕਿਉਂਕਿ ਇੱਕ ਤੇ ਮਿੱਤਰ ਹੈ, ਦੂਜਾ ਵਿਦਵਾਨ ਹੈ, ਤੀਜਾ ਰੱਬ ਦਾ ਪਿਆਰਾ ਹੈ। ਮਹਿਮਾ ਅਮਿਤ ਮਨੈਨ ਮਹਿਮਾਨੀ ਹੈ ਅਵਤਾਰ ਸਤ ਕਿਤ ਜਾਣੀ। ਐ ਪਿਤਾ ਕਲਿਆਣ ਚੰਦ ਗੁਰੂ ਸਾਹਿਬ ਦਿਓ, ਮੇਰੀ ਗੱਲ ਕੰਨ ਖੋਲ ਕੇ ਧਿਆਨ ਨਾਲ ਸੁਣਿਓ। ਇਹ ਸਤ ਚਿੱਤ ਚੇਤਨ ਆਨੰਦ ਸਰੂਪ ਪਰਮੇਸ਼ਰ ਆਪ ਆਏ ਨੇ। ਮੰਨ ਲੈ ਮੇਰੀ ਗੱਲ। ਕਹਿੰਦਾ ਹੋਊ ਫਿਰ ਉਹ ਦੇਸੀ ਸੁਭਾਅ ਪਹਿਲਾਂ ਵੀ ਸੁਣ ਕੇ ਹਟੇ ਹੋ। ਉਹ ਪੰਡਤਾਂ ਦੀ ਗੱਲਾਂ ਤੇ ਯਕੀਨ ਤਾਂ ਕਰਦੇ ਆ, ਉਹਨਾਂ ਕੀ ਕਰਦੇ ਜਿਹੜੀ ਆਪਣੇ ਕੰਮ ਦੀ ਹੁੰਦੀ। ਇਹ ਆਪਣਾ ਵੀ ਕੰਮ ਇਹੀ ਹੈ। ਅਸੀਂ ਸਿੱਖ ਧਰਮ ਨੂੰ ਕਿੰਨਾ ਕੁ ਮੰਨਦੇ ਆ? ਸਿਰਫ ਉਹਨਾਂ ਕੀ ਮੰਨਦੇ ਆ ਜਿੰਨਾ ਕੁ ਸਾਡੀ ਸਿਹਤ ਲਈ ਫਿੱਟ ਹੈ, ਜਿੰਨਾ ਕਿ ਜੈਨੂਅਨ ਸਾਨੂੰ ਲੱਗਦਾ ਵੀ ਮੈਂ ਇੱਥੇ ਤੱਕ ਹੀ ਜਾ ਸਕਦਾ। ਉਹ ਤੋਂ ਅੱਗੇ ਕਹਿੰਦੇ ਨਾ ਜੀ ਧੰਨ ਉਹੀ ਕਰ ਸਕਦੇ ਜਿਹੜੇ ਕੁਰਬਾਨੀਆਂ ਕਰਕੇ। ਅਸੀਂ ਥੋੜਾ ਕਰਨਾ। ਅਸੀਂ ਤੇ ਲੰਗਰ ਛਕ ਸਕਦੇ ਆ, ਮਾੜਾ ਮੋਟਾ ਕਿਤੇ ਦੀਵਾਨ ਤੇ ਜਾ ਸਕਦੇ ਆ। ਸਾਡੇ ਕੋਲ ਇੰਨਾ ਕਿੱਥੇ ਆ ਜੀ, ਸਾਡਾ ਤੇ ਘਰ ਦੇ ਹੀ ਵੇਲ ਨੇ। ਪਰ ਜਿੰਨਾ ਸਿੱਖੀ ਕਮਾਈ ਉਹ ਬੇਪਰਵਾਹ ਹੋ ਗਏ। ਉਹ ਕਹਿੰਦੇ ਮੈਂ ਆਪਣੇ ਪਿਆਰੇ ਲਈ ਜਿਉਣਾ ਕਰਨਾ। ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਜਦੋਂ ਪੰਡਤ ਜੀ ਨੇ ਬਚਨ ਆਖੇ, ਕਹਿੰਦੇ ਇਹ ਬੋਲ ਮਾਤਾ ਤ੍ਰਿਪਤਾ ਦੇ ਕੰਨੀ ਪੈ ਰਹੇ ਸੀ। ਪਿਤਾ ਨੇ ਭਰੋਸਾ ਕੀਤਾ ਨਹੀਂ ਕੀਤਾ, ਪਰ ਮਾਂ ਨੇ ਉਦੋਂ ਹੀ ਮੰਨ ਲਿਆ ਮੇਰਾ ਪੁੱਤ ਸੱਚਮੁੱਚ ਨਿਰੰਕਾਰ। ਆਖੋ ਸਤਿਨਾਮ। ਆਹ ਫਰਕ ਹੁੰਦਾ ਮਰਦ ਤੇ ਔਰਤ ਦਾ।
ਮਾਂ ਹੁੰਦੀ ਹੈ। ਸਭ ਤੋਂ ਪਹਿਲਾਂ ਮਾਂ ਨੂੰ ਪਤਾ ਲੱਗਦਾ ਬੱਚੇ ਦੇ ਕਰਮਾਂ ਦਾ। ਮਾਵਾਂ ਫਿਊਚਰ ਪਹਿਲਾਂ ਦੱਸ ਦਿੰਦੀਆਂ ਨੇ। ਪਿੰਡ ਵਾਲੀਆਂ ਹੁੰਦੀਆਂ ਸੀ ਨਾ, ਬੂਰੂ ਆਉਂਦਾ ਸੀ ਬੇਲਣਾ, ਕਹਿੰਦੇ ਕੰਜਰਾ ਤੂੰ ਨਹੀਂ ਕੁਝ ਕਰ ਸਕਦਾ, ਮੈਨੂੰ ਪਤਾ ਤੇਰਾ ਪਿਓ ਜਿੰਨੇ ਮਰਜ਼ੀ ਤੇਰੇ ਤੇ ਪੈਸੇ ਲਾ ਦੇ, ਜਿੰਨੇ ਮਰਜ਼ੀ ਬਿਜ਼ਨਸ ਕਰਾ ਦੇ, ਤੂੰ ਨਹੀਂ ਕਰ ਸਕਦਾ। ਮੈਂ ਉਹ ਲੋਕ ਰੋਂਦੇ ਵੇਖੇ, ਮਾਵਾਂ ਜੱਗ ਤੋਂ ਤੁਰ ਗਈਆਂ, ਭੁੱਬਾਂ ਮਾਰ ਰੋਂਦੇ ਆ, ਕਹਿੰਦੇ ਮੈਂ ਸੱਚੀ ਕੁਝ ਨਹੀਂ ਕਰ ਸਕਦਾ। ਮੇਰੀ ਮਾਂ ਤੇ ਮੈਨੂੰ ਪਹਿਲਾਂ ਹੀ ਕਹਿੰਦੀ ਸੀ। ਮਾਂ ਆਪਣੇ ਬੱਚਿਆਂ ਬਾਰੇ ਜ਼ਿਆਦਾ ਜਾਣਦੀ, ਬਾਪੂ ਉਹਨਾਂ ਨਹੀਂ ਜਾਣਦਾ ਹੁੰਦਾ। ਮਾਂ ਨੂੰ ਸਾਰਾ ਪਤਾ ਹੁੰਦਾ ਇਹਦੀ ਚੰਗੀਆਂ ਗੱਲਾਂ ਕੀ ਨੇ, ਮਾੜੀਆਂ ਕਰਤੂਤਾਂ ਕੀ ਨੇ, ਇਹਦੀਆਂ ਕਮੀਆਂ ਕੀ ਨੇ, ਕਿੱਥੇ ਕਿੱਥੇ ਮਾਰ ਖਾਂਦਾ ਹੈ। ਪਰ ਕਈ ਵਾਰ ਮਾਂ ਲੋਕਾਂ ਸਾਹਮਣੇ ਕਵਰ ਕਰ ਲੈਂਦੀ, ਪਤਾ ਉਹਨੂੰ ਹੁੰਦਾ ਵੀ ਇਹ ਕਰਤੂਤ ਤੇ ਆਹੀ ਕਰਕੇ ਆਇਆ, ਇਹ ਕਹਿੰਦੇ ਆ ਚੱਲ ਹੁਣ ਪਰਦਾ ਪਾਈ ਲਵਾਂ ਕਿਉਂਕਿ ਮਮਤਾ ਨਾ ਭਾਈ, ਮੇਰਾ ਮੁੰਡਾ ਏਦਾਂ ਥੋੜੀ, ਮੇਰੀ ਧੀ ਏਦਾਂ ਥੋੜੀ ਹੁੰਦਾ ਨਾ। ਕਈ ਵਾਰ ਪਿਓ ਝੜਕ ਕੇ ਪੈਂਦਾ ਏ ਵੀ ਤੂੰ ਬੱਚੇ ਵਿਗਾੜੇ ਹੋਏ, ਆਮ ਗੱਲ ਆ ਨਾ। ਕਿਤੇ ਨਾ ਕਿਤੇ ਸ਼ੱਕ ਉਹਨੂੰ ਵੀ ਹੁੰਦਾ ਵੀ ਇਹ ਸਭ ਕੁਝ ਜਾਣਦੀ ਆ, ਸਤਿਨਾਮ, ਇਹਨੂੰ ਪਤਾ ਹੈ। ਤਕਰੀਬਨ ਹਾਈ ਕੋਰਟ ਜਾ ਕੇ ਵੇਖੋ, ਕਿਸੇ ਵਕੀਲ ਦੇ ਕੋਲ ਬਹਿ ਕੇ ਵੇਖਿਓ, ਜ਼ਿਆਦਾ ਕੇਸਾਂ ਦੇ ਵਿੱਚ ਆਹੀ ਕੁਝ ਹੁੰਦਾ ਹੈ, ਆਹੀ ਮਟੀਰੀਅਲ ਮਿਲਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮਾਤਾ ਨੇ ਜਦੋਂ ਸੁਣਿਆ, ਕਹਿੰਦੇ ਖੁਸ਼ੀ ਦੇ ਅਥਰੂ ਆ ਗਏ। ਪਿਤਾ ਜੀ ਅੜਬ ਸੁਭਾਅ ਆਏ, ਕਹਿੰਦੇ ਪੰਡਤ ਜੀ ਹੋਊ ਫਿਰ ਬੜੇ ਅਵਤਾਰ ਆਏ, ਜੱਗ ਤੋਂ ਬੜੇ ਗਏ, ਤੈਨੂੰ ਦੱਸ ਮੈਂ ਕੀ ਕੱਪੜਾ ਕਿੰਨਾ ਦਿਆਂ। ਉਹ ਇੱਥੇ ਖੜੇ ਆ ਵੀ ਸ਼ਾਇਦ ਪੰਡਤ ਤਾਰੀਫ ਕਰਦਾ ਇਹਨੇ ਕੱਪੜਾ ਲੈਣਾ ਹੋਣਾ, ਜੋ ਬਣਦਾ ਹੈ, ਕਿਉਂਕਿ ਪੰਡਤ ਦਾ ਮਾਣ ਤਾਂ ਨਾ ਮਾਇਆ। ਪਰ ਸੱਚੀ ਅੱਜ ਪੰਡਤ ਪਵਿੱਤਰ ਦਿਲ ਤੋਂ ਇਹ ਬਚਨ ਬੋਲਦਾ ਏ, ਜਿਜ ਦਰਸਾਏ ਢਾਈ ਟਿਗ ਮਾਤਾ, ਦੀਨੋ ਜਾਏ ਜੋ ਸੁੰਦਰ ਤਾਤਾ। ਕਹਿੰਦੇ ਉਸੇ ਵੇਲੇ ਦਾਈ ਦੌਲਤਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੰਬਲ ਵਿੱਚ ਲਪੇਟਿਆ। ਪੰਡਤ ਜੀ ਦੀ ਆਗਿਆ ਲੈ ਕੇ ਮਾਤਾ ਤ੍ਰਿਪਤਾ ਨੂੰ ਜਦੋਂ ਪੁੱਤਰ ਦਿੱਤਾ ਨਾ, ਕਹਿੰਦੇ ਜਦੋਂ ਪੰਡਤ ਦੇ ਬਚਨਾਂ ਨੂੰ ਸੁਣਿਆ ਸੀ, ਜਾਣਦੀ ਸੀ ਮਹਾਂਪੁਰਖ ਬੰਦਗੀ ਵਾਲਾ ਹੈ। ਕਹਿੰਦੇ ਹੁਣ ਮਾਂ ਨੇ ਪੁੱਤ ਨਹੀਂ ਸਮਝਿਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਆਪਣਾ ਮਸਤਕ ਛੁਹਾਤਾ। ਧੰਨ ਮਾਂ ਤ੍ਰਿਪਤਾ, ਜਿਹਨੇ ਉਹਨੂੰ ਜਨਿਆ, ਜਿਹਨੇ ਜੱਗ ਦਾ ਭਲਾ ਕੀਤਾ। ਫਿਰ ਪੁੱਤਰ ਦਾ ਮੁਖ ਚੁੰਮਿਆ। ਅੱਖਾਂ ਭਰ ਕੇ ਮਾਂ ਆਪਣੇ ਕੋਮਲ ਦੇ ਲਾਲ ਨੂੰ ਵੇਖਦੀ ਹੈ, ਜੋ ਗੁਲਾਬ ਦੇ ਫੁੱਲ ਵਾਂਗ ਟਹਿਕਦਾ ਏ। ਨੰਦੇ ਮੁਖੀ ਸ਼ਰਾਧ ਕਰਵਾਇਓ, ਬੇਦਨ ਬਿਦ ਜਿਉ ਵਿਪਰ ਬਤਾਇਓ। ਤੇ ਪੰਡਤ ਜੀ ਕਹਿੰਦੇ ਹੁਣ ਫਿਰ ਸ਼ਰਾਧ ਕਰਨਾ ਪੈਣਾ। ਨੰਦੀ ਮੁਖ ਸ਼ਰਾਧ ਸਨਾਤਨ ਮਤ ਜਾਂਦਾ ਹੈ ਵੀ ਪਿਤਰਾਂ ਦੀ ਯਾਦ 'ਚ ਸ਼ਰਾਧ ਕਰੋ, ਸ਼ੁਕਰਾਨਾ ਕਰੋ ਵੀ ਪੁੱਤਰ ਹੋਇਆ, ਫਲੀਭੂਤ ਹੋਵੇ, ਵੱਡਾ ਹੋਵੇ, ਸਿਆਣਾ ਹੋਵੇ, ਵੀ ਇਹ ਨਾ ਕੰਮ ਖਰਾਬ ਕਰ। ਅੱਜ ਵੀ ਹਿੰਦੂ ਧਰਮ ਦੇ ਰਿਵਾਜ ਨੇ, ਉਹ ਖੁਸ਼ੀ ਵਿੱਚ ਵੀ ਸ਼ਰਾਧ ਸ਼ੁਰੂ ਜੇ ਕਰੀ ਜਾਂਦੇ, ਚਲੋ ਮਰ ਕੇ ਤੇ ਕਰਨੀ ਹੁੰਦਾ, ਉਹਨਾਂ ਦਾ ਧਰਮ ਹੈ, ਮੁਬਾਰਕ ਹੈ। ਕਹਿੰਦੇ ਉੱਥੇ ਸ਼ਰਾਧ ਕੀਤਾ ਗਿਆ, ਪੰਡਤ ਜੀ ਵੱਲੋਂ ਸਮੱਗਰੀ ਮੰਗਾਈ ਗਈ, ਦਾਨ ਪੁੰਨ ਵਾਸਤੇ ਕਾਫੀ ਕੁਝ ਇਕੱਠਾ ਕੀਤਾ ਏ। ਕਾਲੂ ਕਹੇ ਨਾਮ ਸਿਸ ਰੱਖੋ, ਵਰਨ ਸ਼ੋਧ ਸ਼ੁੱਧ ਮੁਝ ਸੋ ਭਾਖੋ। ਥੋੜੀ ਦੇਰ ਸ਼ਰਾਧ ਤੋਂ ਬਾਅਦ ਸੋਚ ਕੇ ਨਾ ਪਿਤਾ ਕਲਿਆਣ ਚੰਦ ਕਹਿੰਦੇ, ਪੰਡਤ ਹਰਦਿਆਲ ਜੀ ਮੈਂ ਕਹਿੰਦਾ ਨਾਮ ਨੂਮ ਵਾਲਾ ਕੰਮ ਅੱਜ ਹੀ ਨਿਬੇੜ ਦੋ। ਆਖੋ ਸਤਿਨਾਮ, ਕਿੰਨੇ ਐਡਵਾਂਸ ਨੇ। ਉਹ ਤਿਆਰੀ ਬੈਠੇ ਆ ਵੀ ਪੰਡਤ ਨੂੰ 2 ਘੰਟੇ ਹੋ ਗਏ ਬੈਠੇ, ਕਦੇ ਕਹਿੰਦਾ ਆਹ ਗੁਣਾ ਆਹ ਗੁਣਾ ਆਹ ਗੁਣਾ। ਉਹ ਪਟਵਾਰੀ ਹੈ ਜੀ, ਉਹਦੇ ਕੋਲ ਕਿੱਥੇ ਟਾਈਮ ਇਹਨਾਂ ਗੱਲਾਂ ਦਾ। ਬੇਸ਼ੱਕ ਉਹ ਇਸ ਧਰਮ ਨੂੰ ਮੰਨਦਾ ਹੈ, ਕਹਿੰਦਾ ਨਾਮ ਰੱਖ ਦਿਓ। ਪੰਡਤ ਕਹਿੰਦਾ ਹਜੇ ਨਹੀਂ ਰੱਖਣਾ। ਕਹਿੰਦਾ ਠੀਕ ਹੈ, ਕਿਉਂ ਨਹੀਂ ਰੱਖਣਾ? ਕਹਿੰਦਾ ਭਾਈ ਏਡੀ ਮਹਾਨ ਹਸਤੀ ਹੈ, ਨਾਮ ਐਵੇਂ ਥੋੜਾ ਰੱਖਿਆ ਜਾਣਾ। ਉਹ ਕਹਿੰਦਾ ਜੀ ਹੁਣੇ ਹੀ ਕੰਮ ਨਿਬੇੜ ਦੋ, ਨਾਮ ਵਾਲਾ ਜੇ ਰੱਖਿਆ ਜਾਵੇ। ਅੱਗੇ ਬਜ਼ੁਰਗ ਸਿੱਧੇ ਹੁੰਦੇ ਸੀ, ਏਡਾ ਬਲਛੜ ਕਿੱਥੇ ਸੀ। ਬਸ ਜੋ ਗੱਲ ਦਿਲ ਤੇ ਆ ਉਹੀ ਮੂੰਹ ਤੇ। ਹੁਣ ਕੰਮ ਹੋਰ ਹੈ, ਦਿਲ 'ਚ ਕੁਝ ਹੋਰ ਹੁੰਦਾ, ਜ਼ੁਬਾਨ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ, ਅੰਦਰੋਂ ਖਾਰ ਖਾਂਦਾ ਵੀ ਇਹਦੀ ਜੇ ਲੱਤ ਟੁੱਟ ਜੇ ਤੇ ਚੰਗੀ, ਇਹ ਮਰ ਮੁਰ ਜੇ ਮੱਜੇ ਤੇ ਪੈ ਜੇ ਚੰਗਾ। ਉੱਤੇ ਕਹਿੰਦਾ ਹੋਰ ਵਾਹਿਗੁਰੂ ਜੀ ਠੀਕ ਹੋ, ਪਰਿਵਾਰ ਠੀਕ ਹੈ ਤੁਹਾਡਾ। ਆਹ ਹਾਲ ਆ ਸਾਡੇ ਪੰਜਾਬੀ ਲੋਕਾਂ ਦਾ। ਪਰ ਉਹਨਾਂ ਸਮੇਂ ਦੇ ਸਿੱਧੇ ਲੋਕ ਸੀ। ਪਿਤਾ ਜੀ ਕਹਿੰਦੇ ਜੇ ਹੁਣੀ ਕੰਮ ਨਿਬੜ ਜਾਓ, ਕਹਿੰਦਾ ਕੰਮ ਥੋੜੀ ਨਿਬੇੜਨਾ ਹੈ, ਇਹਨਾਂ ਦਾ ਨਾਂ ਖੋਜਣ ਲਈ ਬੜਾ ਵੱਡਾ ਸਮਾਂ ਲੱਗਣਾ ਏ। ਸੁਣ ਕਾਲੂ ਇਸ ਨਾਮ ਪਾਰਾ, ਹੋਰ ਆਖੋਂ ਕਰ ਸੋਧ ਵਿਚਾਰਾ। ਤੇ ਪੰਡਤ ਹੱਸ ਕੇ ਕਹਿੰਦੇ ਨਾਮ ਤੇ ਮੈਂ ਤਾਂ ਰੱਖਾਂ ਜੇ ਸੰਸਾਰੀ ਬੱਚਾ ਹੁੰਦਾ ਮੈਂ ਰੱਖ ਕੇ ਹੁਣੇ ਚਲੇ ਜਾਂਦਾ। ਕਹਿੰਦੇ ਇਹ ਆਪ ਨਿਰੰਕਾਰ ਹੈ, ਇਹਦਾ ਆਕਾਰ ਕੋਈ ਨਹੀਂ, ਇਹ ਆਪ ਪਰਮੇਸ਼ਰ ਹੈ। ਮੈਂ ਕੀ ਇਹਦਾ ਨਾਂ ਰੱਖਾਂ, ਮੇਰੀ ਤੇ ਮੱਤ ਤੋਂ ਹੀ ਪਰੇ। ਆਖੋ ਸਤਿਨਾਮ। ਪਰ ਹਾਂ ਇੱਕ ਗੱਲ ਯਾਦ ਰੱਖਿਓ, ਨਾਮ ਉਹੀ ਹੋਣਾ ਜੋ ਧੁਰੋਂ ਆਇਆ ਹੋਊਗਾ। ਧੁਰ ਤੋਂ
ਗੁਰੂ ਨਾਨਕ ਸਾਹਿਬ ਦਾ ਨਾਮ ਕਿਸੇ ਪੰਡਤ ਨੇ ਥੋੜਾ ਰੱਖਿਆ, ਕਿਸੇ ਸੰਸਾਰੀ ਬੰਦੇ ਨੇ ਥੋੜਾ ਰੱਖਿਆ। ਜੇ ਪੰਡਤ ਹਰਦਿਆਲ ਨੇ ਸਤਿਗੁਰ ਦਾ ਨਾਮ ਰੱਖਿਆ ਤੇ ਭਵਿੱਖਤ ਪ੍ਰਾਣ ਕਿਉਂ ਕੂਕਾਂ ਮਾਰ ਕੇ ਕਹਿੰਦਾ ਏ ਪश्चिमे ਤੋਂ ਸੁਭ ਦੇਸੇ ਬੇਦੀ ਵੰਸੇ ਜਨਾਨੂ। ਸਤਿਯੁਗ ਦੇ ਸਮੇਂ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਜ਼ਿਕਰ ਹੈ ਧਾਰਮਿਕ ਕਿਤਾਬਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ, ਪੁਰਾਣਾਂ ਦੇ ਵਿੱਚ, ਕੁਰਾਨਾਂ ਦੇ ਵਿੱਚ, ਕਿੱਥੇ ਕਿੱਥੇ ਜ਼ਿਕਰ ਨਹੀਂ ਹੁੰਦਾ ਗੁਰੂ ਸਾਹਿਬ ਦਾ। ਜਦ ਤੇ ਸਿੱਖ ਧਰਮ ਦੀ ਹੋਂਦ ਕੋਈ ਨਹੀਂ, ਸਾਡਾ ਤੇ ਮਾਡਰਨ ਧਰਮ ਹੈ। 500 ਸਾਲ ਕੀ ਹੁੰਦੇ ਆ, ਕੁਛ ਵੀ ਨਹੀਂ। ਅੱਜ ਵੀ ਐਸੀਆਂ ਨਿਸ਼ਾਨੀਆਂ ਨੇ 700 ਸਾਲ ਪੁਰਾਣੇ ਇੱਥੇ ਮਹਿਲ ਪਏ ਆ, 5-5 ਹਜ਼ਾਰ ਸਾਲ ਪੁਰਾਣੇ ਇੱਥੇ ਖੰਡਰਾਤ ਪਏ ਆ। 500 ਸਾਲ ਕੀ ਹੈ, 4-5 ਪੁਸ਼ਤਾਂ ਦੀ ਤੇ ਖੇਡ ਹੈ। ਅੱਜ ਕੱਲ੍ਹ ਦੀਆਂ ਗੱਲਾਂ ਸਾਰੀਆਂ, ਕੋਈ ਬਹੁਤਾ ਦੂਰ ਨਹੀਂ ਹੈ। ਪੰਡਤ ਹਰਦਿਆਲ ਕਹਿੰਦੇ ਕਲਿਆਣ ਚੰਦ ਜੀ ਕਾਲੀ ਨਾ ਕਰੋ, ਇਹਨਾਂ ਦੇ ਨਾਮ ਦੀ ਖੋਜ ਕਰਨ ਵਾਸਤੇ ਮੈਨੂੰ ਲੰਬਾ ਸਮਾਂ ਚਾਹੀਦਾ ਹੈ, ਕਾਫੀ ਦਿਨ ਲੱਗਣਗੇ। ਅਬ ਨਿਜ ਕੁਲ ਕੀ ਕੀਜੈ ਚਾਲੇ, ਜੋ ਜਾਚੈ ਤਿਹ ਭੇਜ ਨਾ ਖਾਲੀ। ਤੇ ਇੱਕ ਵਚਨ ਕਹਿੰਦਾ ਕਲਿਆਣ ਚੰਦ ਜੀ ਬੇਨਤੀ ਹੈ, ਹੁਣ ਤੁਸੀਂ ਆਪਣੇ ਕੁੱਲ ਦੀ ਮਰਿਆਦਾ ਕਰੋ। ਤੁਹਾਡੀ ਕੁੱਲ ਦੀ ਜਿਹੜੀ ਚਾਲ ਹੈ ਨਾ ਉਹ ਕੀ ਹੈ ਵੀ ਦਾਨ ਕਰੋ, ਵੱਧ ਤੋਂ ਵੱਧ, ਕਿਸੇ ਨੂੰ ਖਾਲੀ ਨਹੀਂ ਬੋਲਣਾ। ਕਹਿੰਦਾ ਠੀਕ ਹੈ। ਪੰਡਤ ਜੀ ਸਪੈਸ਼ਲ ਤਾਂ ਕਹਿੰਦੇ ਆ ਵੀ ਇਹਦਾ ਕੋਈ ਪਤਾ ਨਹੀਂ ਗਰਮ ਸੁਭਾਅ ਹੈ, ਕਿਹਦੇ ਗੱਲ ਪੈ ਜੇ, ਦਿਲ ਤੇ ਕੁਝ ਵੀ ਹੈ ਨਹੀਂ। ਕਹਿੰਦੇ ਆਪ ਤੁਸੀਂ ਜਿੰਨਾ ਹੱਥੀ ਦਾਨ ਕਰੋਗੇ ਉਨਾ ਚੰਗਾ। ਇਹ ਚੀਜ਼ਾਂ ਆਪਣੇ ਤੇ ਲਾਗੂ ਨਹੀਂ ਭਾਈ, ਇਹ ਸਤਿਗੁਰਾਂ ਦੇ ਅਵਤਾਰ ਤੋਂ ਬਾਅਦ ਦੀਆਂ ਗੱਲਾਂ ਨੇ। ਸਾਡਾ ਤੇ ਉਦੋਂ ਤੋਂ ਕੰਮ ਸ਼ੁਰੂ ਹੋਇਆ ਜਿੱਦਣ ਤੋਂ ਗੋਪਾਲ ਪਾਂਧੇ ਨੂੰ ਉਪਦੇਸ਼ ਦਿੱਤਾ, ਉਸ ਦਿਨ ਤੋਂ ਸਿੱਖੀ ਦੀ ਨੀਂਹ ਸ਼ੁਰੂ ਹੋ ਗਈ। ਅਵਤਾਰ ਗੁਰੂ ਸਾਹਿਬ ਦਾ ਹੋ ਗਿਆ। ਹੁਣ ਪਰਿਵਾਰ ਆਪਣੀ ਕੁੱਲ ਦੇ ਮੁਤਾਬਕ ਰਸਮਾਂ ਨੂੰ ਅਦਾ ਕਰਦਾ ਏ। ਦੋਹਰਾ ਇਹ ਬਿੰਦ ਕੈ ਦਿਜ ਵਰ ਗਇਓ, ਜੋ ਤਿਸ ਕਲਤ ਵਿਚਾਰ। ਕਹਿੰਦੇ ਇੰਨੇ ਵਚਨ ਕਹਿ ਕੇ ਕੁਛ ਭੇਟਾ ਦਿੱਤੀ ਨਾ ਜਦੋਂ ਪੰਡਤ ਜੀ ਨੂੰ, ਪੰਡਤ ਹਰਦਿਆਲ ਜੀ ਭੇਟਾ ਵਾਪਸ ਕਰਕੇ ਕਹਿੰਦੇ ਜਿੱਦਣ ਨਾਮ ਰੱਖਾਂਗੇ ਉਦਣ ਆਇਓ। ਐਡਾ ਸਬਰ ਵੇਖਿਆ ਕਿਸੇ ਜੀ। ਅੱਜ ਕੱਲ ਤੇ ਪੰਡਤ ਵੀ ਆਨਲਾਈਨ ਬੈਠੇ, ਕਹਿੰਦੇ ਪਹਿਲਾਂ ਪਰਚੀ ਕਟਾ ਪ੍ਰਵਚਨ ਬਾਅਦ ਚੋਂ ਆਖੋ ਸਾਡਾ ਨਾਮ। ਕੱਲੇ ਪੰਡਤਾਂ ਦਾ ਕੀ ਆ, ਸਾਡੇ ਵਾਲੇ ਵੀ ਕਿੰਨੇ ਫਿਰਦੇ ਆ ਪ੍ਰਸ਼ਾਦ ਵਾਲੇ। ਕੋਈ ਕਹਿੰਦਾ ਜੀ ਗੁਰਪ੍ਰਸਾਦ ਲੈ ਲਾ, ਫਲਾਣਾ ਲੈ ਲਾ, ਜਵੈਣ ਚ ਸਟੀਰਾਇਡ ਬਾਬਾ ਦੇ ਜਾਂਦੇ ਲੋਕ। ਸਾਡੇ ਲੋਕਾਂ ਨੂੰ ਪਤਾ ਨਹੀਂ, ਕਹਿੰਦੇ ਜੀ ਲੈ ਪ੍ਰਸ਼ਾਦ ਲੈ ਠੀਕ ਹੋ ਗਿਆ। ਭਾਈ ਸਟੀਰਾਇਡ ਤੇ ਮੈਥੋਂ ਲੈ ਲਓ, ਮੈਂ ਦੇ ਦੇਣਾ। ਦੁਨੀਆ ਦਾ ਕਿਹੜਾ ਰੋਗ ਹੈ ਜਿਹੜਾ ਠੀਕ ਨਹੀਂ ਹੁੰਦਾ? ਪਰ ਹਾਂ ਇੱਕ ਗੱਲ ਯਾਦ ਰੱਖਿਓ, ਜਿਸ ਬੰਦੇ ਨੇ ਆਪਣੀ ਬੋਡੀ ਨੂੰ ਸਟੀਰਾਇਡ ਲਾ ਲਿਆ ਨਾ, ਮੁੜ ਕੇ ਦੁਨੀਆ ਤੇ ਕੋਈ ਦਵਾਈ ਕੰਮ ਨਹੀਂ ਕਰਦੀ। ਆਖੋ ਸਾਡਾ ਨਾਮ। ਇੱਕ ਧੀਮਾ ਜ਼ਹਿਰ ਹੈ, ਹੁੰਦਾ ਦਰਦ ਵੀ ਖਤਮ ਕਰ ਦਿੰਦਾ ਨਾ, ਪਿੰਗਲਿਆਂ ਨੂੰ ਭੱਜਣ ਲਾ ਦਿੰਦਾ, ਅੰਨਿਆਂ ਨੂੰ ਦੇਖਣ ਲਾ ਦਿੰਦਾ ਸਟੀਰਾਇਡ। ਪਰ ਇਹਨਾਂ ਲੋਕਾਂ ਤੇ ਕੌਣ ਲਗਾਮ ਲਾਵੇ? ਧਰਮ ਦੇ ਨਾਂ ਤੇ ਪਾਪਾ ਦੇਈ ਜਾਂਦੇ ਲੋਕੀ ਭੱਜ ਕੇ। ਫਲਾਣੇ ਤੇ ਅੱਖਾਂ ਦੀ ਦਵਾਈ ਪਾਤੀ, ਨਜ਼ਰ ਤੇਜ਼ ਹੋ ਗਈ। ਫਲਾਣੇ ਨੇ ਫਲਾਣਾ ਟੀਕਾ ਲਾਤਾ, ਪਾਸਾ ਚੱਲ ਗਿਆ ਜੀ। ਭਾਈ ਇਹ ਕੀ ਹੈ? ਲਾਉਣ ਨੂੰ ਮੈਡੀਕਲ ਸਾਇੰਸ ਲਾ ਸਕਦੀ, ਨਹੀਂ ਲਾਉਂਦੇ। ਉਹਨਾਂ ਨੂੰ ਪਤਾ ਹੈ ਜੇ ਕਿਸ ਬੰਦੇ ਦੇ ਲਾਤਾ ਉਹ ਇਹਦੀ ਦਵਾਈ ਉਹ ਕੰਮ ਨਹੀਂ ਕਰਨੀ ਕੋਈ। ਅਸੀਂ ਭੱਜੇ ਫਿਰਦੇ ਦੇਸੀ ਦਵਾਈ ਆ ਜੀ ਇੱਧਰਲੇ ਪਾਸੇ। ਮੈਂ ਤਾਂ ਬੇਨਤੀਆਂ ਕਰਦਾ ਹੁੰਦਾ ਭਾਈ, ਇਹ ਕਥਾ ਕੱਲੀ ਤੁਸੀਂ ਨਹੀਂ ਸੁਣਦੇ, ਬੜੀ ਦੂਰ ਦੂਰ ਤੱਕ ਸੰਗਤ ਸੁਣਦੀ ਹੈ। ਜੇ ਇਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਫਰਕ ਪੈ ਜੇ ਨਾ, ਸਾਡੀ ਜੇ ਸਿਹਤ ਹੋਊਗੀ ਤੇ ਨਾਮ ਤਾਂ ਹੀ ਜਪਾਂਗੇ। ਇੰਨਾ ਕਰਮ ਕਾਂਡਾਂ ਚ ਨਾ ਪਵੇ, ਸਿਹਤ ਦਾ ਖਿਲਵਾੜ ਹੈ। ਕੋਈ ਮੁਫਤ ਵੀ ਦਿੰਦਾ, ਹੱਥ ਜੋੜ ਦੋ ਬਾਬਾ, ਸਾਨੂੰ ਨਹੀਂ ਚਾਹੀਦਾ। ਗੂਗਲ ਸਰਚ ਕਰ ਲਿਓ ਸਟੀਰਾਇਡ ਬੋਡੀ ਲਈ ਕਿੰਨਾ ਖਤਰਨਾਕ ਹੈ, ਕੀ ਹੁੰਦਾ ਹੈ। ਇੱਕ ਜ਼ਹਿਰ ਹੈ, ਜ਼ਹਿਰ ਜਿਵੇਂ ਸੰਖੀਏ ਦਾ ਜ਼ਹਿਰ ਹੁੰਦਾ ਨਾ ਜੀ। ਤੇ ਜੇ ਉਹਨੂੰ ਸਿੱਧੇ ਤਰੀਕੇ ਨਾਲ ਦੇ ਦਿਓ ਨੁਕਸਾਨ ਕਰਦਾ ਹੈ। ਨੁਕਸਾਨ ਕੀ? ਪਹਿਲਾਂ ਸਾਰਾ ਕੁਝ ਠੀਕ ਕਰ ਦਿਓ। ਕਿਸੇ ਨੂੰ ਗਠੀਏ ਤੱਕ ਹੋਵੇ ਜੀ, ਤੁਰਿਆ ਨਾ ਜਾਂਦਾ ਹੋਵੇ, ਸਟੀਰਾਇਡ ਦਾ ਇੰਜੈਕਸ਼ਨ ਦੇ ਦਿਓ, ਗੋਲੀ ਦੇ ਦਿਓ। ਬੰਦਾ ਕਹਿੰਦਾ ਲੈ ਕੋਠੇ ਤੋਂ ਛਾਲ ਪੜਾ ਲਾ, ਮੈਂ ਤੇ ਫਿੱਟ ਆ। ਆ ਜਿਹੜੇ ਜਿਮ ਜੁਮ ਲਾਉਂਦੇ, ਪਾਊਡਰ ਖਾਂਦੇ, ਉਹਨਾਂ 'ਚ ਕੀ ਹੁੰਦਾ? ਆਹੀ ਹੁੰਦਾ। ਵੇਖਦੇ ਹੋ ਨਾ ਫਿਰ, ਕੋਈ 32 ਸਾਲ ਦੀ ਉਮਰ 'ਚ ਅਟੈਕ ਹੋ ਗਿਆ, ਕਿਸੇ ਨੂੰ 18 ਸਾਲ ਦੀ 'ਚ ਹੋ ਗਿਆ। ਕਬੱਡੀ ਵਾਲੇ ਵਿਚਾਰੇ ਕਿਉਂ ਜਾਂਦੇ ਆ? ਆਹੀ ਕੁਝ ਪਾਇਆ ਹੋਇਆ। ਲੋੜ ਤੋਂ ਵੱਧ ਕੇ ਹਾਰਟ ਪੰਪ ਕਰਨ ਲੱਗ ਜਾਂਦਾ ਹੈ, ਬਲੱਡ ਦਾ ਫਲੋ ਤੇਜ਼ ਹੋ ਜਾਂਦਾ ਹੈ, ਤੇ ਬੰਦੇ ਨੂੰ ਲੱਗਦਾ ਮੇਰੇ 'ਚ એનર્ਜੀ ਆ ਗਈ। ਉਹ ਕਾਹਦੀ ਆ ਗਈ? ਜੋ ਕੁਝ ਅਸੀਂ ਲੈ ਕੇ ਬਹਿ ਗਈ ਸਾਰਾ ਕੁਝ। ਕਿਉਂਕਿ ਸਾਡਾ ਕਰਮ ਇਕੱਲਾ ਧਰਮ ਦੀ ਵਿਦਿਆ ਸੁਣਾਉਣਾ ਨਹੀਂ ਹੈ। ਇਤਿਹਾਸ ਵਿੱਚ ਬੜਾ ਕੁਝ ਇਦਾਂ ਦਾ ਦੱਸਿਆ ਹੋਇਆ ਹੈ। ਜਦ ਤੱਕ ਤੁਸੀਂ ਸਿਹਤਮੰਦ ਹੋ ਤੇ ਫੇਰ ਹੀ ਤੁਸੀਂ ਭਗਤੀ ਕਰ ਸਕਦੇ ਹੋ। ਜੇ ਭੁੱਖੇ ਬੈਠੇ ਹੋ, ਦੁਖੀ ਬੈਠੇ ਹੋ, ਨਾਮ ਜਪ ਸਕਦੇ ਹੋ? ਦੁਖੀ ਬੰਦੇ ਨੂੰ ਕਿਹਾ ਗੁਰਦੁਆਰੇ ਚਲੋ, ਕਹਿੰਦਾ ਜਾ ਯਾਰ ਮੈਂ ਤੇ ਬੜਾ ਪਰੇਸ਼ਾਨ, ਮੈਨੂੰ ਨਾ ਕਿਹਾ ਕਰ। ਜਿਹਦਾ ਸਰੀਰ ਤੰਦਰੁਸਤ ਆ ਕਹਿੰਦਾ ਕੋਈ ਨਹੀਂ, ਗੋਡਿਆਂ ਗੋਡਿਆਂ ਦੀ ਕੀ ਪਰਵਾਹ, ਗੁਰੂ ਦੀ ਕਿਰਪਾ ਚੱਲ ਚੱਲੀਏ, ਆਪੇ ਠੀਕ ਕਰੂ। ਬਾਣੀ ਪੜਿਆ ਕਰੋ, ਮਰ ਜਗੇ ਅਰਦਾਸ ਕਰਿਆ ਕਰੋ। ਗੁਰੂ ਬੜਾ ਬੇਅੰਤ, ਬੜਾ ਡਾਢਾ ਹੈ। ਉਹਨਾਂ ਸਮਿਆਂ ਦੇ ਵਿੱਚ ਪੰਡਤ ਜੀ ਨੇ ਦਾਨ ਨਹੀਂ ਲਿਆ, ਕੁਛ ਨਹੀਂ ਲਿਆ। ਕਹਿੰਦੇ ਜਿੱਦਣ ਨਾਮ ਕਰਨ ਰੱਖਾਂਗੇ ਉਦਣ ਦੇ ਦਿਓ ਭਾਈ। ਸਮਾਂ ਸਮਾਪਤ ਹੈ।
बड़े प्यार की कथा चलती है। इहो ਜਿਹੇ प्रसंग बार बार नहीं मिलते। पढ़न नूं जो मर्जी पढ़ लो, नैट भरिया पिया, पर जिहड़ी गल सत संगत विच बननी है ना जी, किते नहीं बनदी। जिहड़ा आनंद इत्थे बह के आउणा किते नहीं हुंदा। आप जुड़ो, होर संगतां नूं जोड़ो वध तो वध, तां जो गुरु नानक साहब की महिमा नूं सुण के असीं अपना जीवन सफला बना सकीए। कल भी बेनती कीती सी भी 30 तरीक वाले दिन इस थां ते सतगुरां दे पावन प्रकाश पुरब मनाए जाणगे। 551वां पुरब है, क्योंकि 550 साल जो शताब्दी चलती है उन्होंने मुख रखद्या होए सारे समागम हो रहे हैं थां थां ते। महाराज किरपा करना आपां भी आनंद मानना है। 9-10 बजे तो लैके 1 बजे तक वध तो वध जुड़ियो। वाहिगुरु 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 वाहिगुरु।